सो कहो टल गुर सेवियै अहनिस सहज सुभाए। दर्शन परसिया गुरु कै जन्म मरण दुख जाए। अत ऊंचा ताका दरबारा अंत नहीं किछ पारावारा। कोट 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 लख धावै एक तिल ताका महल ना पावै। कोट ब्रह्मंड को ठाकुर स्वामी सर्ब जिया का दातारे। प्रतपालै नित सार संभाले एक गुण नहीं मूर्ख जाता रे। हर अराध ना जाना रे हर हर गुर गुर करता रे। ज्ञान ध्यान किछ कर्म न जाना नाहिन निर्मल करनी। साध संगत कै अंचल लावो बिखम नदी जाए तरनी। मैं मूर्ख की केतक बात है कोट पराधी तरियारे। गुर नानक जिन सुनिया पेखिया से फिर गरबास ना परिया रे। ज्ञान ध्यान किछ कर्म न जाना सार न जाना तेरी। सब ते वड्डा सतगुर नानक जिन कल राखी मेरी। सब ते वड्डा सतगुर नानक जिन कल राखी मेरी। सतनाम श्री वाहिगुरु साहिब जी। सतनाम श्री वाहिगुरु साहिब जी। सारग महला पंजवा दोपदे कर चौथा। एक ओंकार सतगुर प्रसाद। मोहन कर आवो करो जुदरिया मान करो अभिमान बोलो। भूल चूक तेरी तेजरिया मोहन कर आवो करो जुदरिया। वाहिगुरु जी का खालसा वाहिगुरु जी की फतेह। दीन दयाल भगत वत्सल पूर्ण परमेश्वर सतगुरु धन धन श्री गुरु नानक देव साहिब जी महाराज अमृत के दाते साहिबे कमाल फौजां दे मालक गुरु गरीब नवाज धन धन श्री गुरु गोबिंद सिंह साहिब जी महाराज। धन धन सतगुरु श्री गुरु ग्रंथ साहिब सच्चे पातशाह जी महाराज। सतगुरु जी की साजी नवाजी गुरु खालसा गुरु रूप गुरु प्यारी साध संगत जीओ। आप गुरु की संगतां बहुत ही वड्डियां भागां वाले वडभागी हो कर्मां वाले हो जिन्हां सतगुरु साहिब जी के महान सपुत्र सतगुरु जी के साहिबजादे धन धन बाबा जोरावर सिंह जी धन धन बाबा फतेह सिंह जी
ਅਤੇ ਸਤਿਗੁਰੂ ਜੀ ਦੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਸਥਾਨ, ਜਿੱਥੇ ਦੋਨੋਂ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ, ਉਹ ਗੁਰਦੁਆਰਾ ਜੋਤੀ ਸਰੂਪ ਅਸਥਾਨ ਵਿਖੇ ਆਪ ਗੁਰੂ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਹੀ ਨਿਤਾ ਪ੍ਰਤੀ ਨੇਮੀ ਪ੍ਰੇਮੀ ਗੁਰੂ ਕੀ ਸੰਗਤ, ਜੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਦੂਰ ਨੇੜੇ ਪਿੰਡਾਂ ਗਲੀਆਂ ਖੇੜਿਆਂ ਦੇ ਚੱਲ ਕੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਅਤੇ ਮਾਤਾ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਪਹੁੰਚ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਜਿੱਥੇ ਕਿ ਇਹ ਸਰਹੰਦ ਦੀ ਧਰਤੀ ਉੱਪਰ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਧਰਮ ਦੀ ਨੀਂਹ ਕਾਇਮ ਰੱਖਣ ਵਾਸਤੇ, ਆਪਣਾ ਇਹ ਧਰਮ ਦੇ ਵਾਸਤੇ, ਸਦਾ ਸਿੱਖੀ ਨੂੰ ਕਾਇਮ ਰੱਖਣ ਵਾਸਤੇ ਬਲੀਦਾਨ ਦਿੱਤਾ ਸੀ। ਤੇ ਇਸ ਧਰਤੀ ਉੱਪਰ ਪੰਜ ਭੂਤਕ ਜਿਹੜਾ ਸਰੀਰ ਹੈ ਉਹ ਸਦਾ ਵਾਸਤੇ ਸਮਾ ਦਿੱਤਾ। ਸੂਰਜ ਕਿਰਨ ਵੇਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰੜੀ ਸੰਪੂਰਨ ਥੀਆ ਰਾਮ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ। ਇਸ ਤਰ੍ਹਾਂ ਸਾਹਿਬਜ਼ਾਦੇ ਤੇ ਮਾਤਾ ਜੀ ਤੇ ਸਾਧ ਸੰਗਤ ਜੀ ਜੋਤੀ ਜੋਤ ਸਮਾਏ ਹੈ, ਅਤੇ ਜਿੱਥੇ ਅੰਤਿਮ ਸੰਸਕਾਰ ਹੋਇਆ ਉਸ ਸਥਾਨ 'ਤੇ ਆਪ ਸੰਗਤਾਂ ਖੁਸ਼ੀਆਂ ਮਹਾਰਾਜ ਜੀ ਦੀਆਂ ਤੇ ਅਮਰ ਸ਼ਹੀਦ ਸਾਹਿਬਜ਼ਾਦਿਆਂ ਦੇ ਲੈ ਰਹੇ ਹੋ, ਜਿੱਥੇ ਕਿ ਬੜੇ ਬੜੇ ਨੇਕੀ ਵਾਲੇ ਵੀ ਹੋਏ ਹੈ, ਬਦੀਆਂ ਵਾਲੇ ਵੀ ਹੋਏ ਹੈ, ਪਰ ਜਿਨ੍ਹਾਂ ਨੇ ਧਰਮ ਦੀ ਨੀਂਹ ਕਾਇਮ ਰੱਖਣ ਵਾਸਤੇ ਬਲੀਦਾਨ ਦਿੱਤਾ, ਅੱਜ ਉਹਨਾਂ ਦੇ ਸਥਾਨਾਂ 'ਤੇ ਨਿਸ਼ਾਨ ਸਾਹਿਬ ਝੂਲ ਰਹੇ ਹੈ। ਉਹ ਬਦੀਆਂ ਕਰਨ ਵਾਲਿਆਂ ਦਾ ਕੋਈ ਨਾਮ ਨਿਸ਼ਾਨ ਨਹੀਂ ਰਿਹਾ ਹੈ। ਸੋ ਸਾਧ ਸੰਗਤ ਜੀਓ, ਜੋ ਨਿਤਾ ਪ੍ਰਤੀ ਆਪ ਗੁਰੂ ਦੀਆਂ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੀਆਂ ਹਨ, ਅਤੇ ਗੁਰਦੁਆਰਾ ਸਾਹਿਬ ਵਿਖੇ ਵੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਚਲਾਈ ਹੋਈ ਮਰਿਆਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਹੋਵੇ, ਸ਼ਾਮ ਵੇਲੇ ਇਤਿਹਾਸ ਦੀ ਕਥਾ ਹੋਵੇ, ਉਹ ਸੰਗਤਾਂ ਜਿਹੜੀਆਂ ਨਿਤਨੇਮ ਵਾਲੀਆਂ, ਪ੍ਰੇਮ ਵਾਲੀਆਂ ਜਾਂ ਜਾਤਰੂ ਸੰਗਤ ਹੈ, ਉਹ ਸਰਵਣ ਕਰਕੇ ਲਾਹਾ ਲੈ ਰਹੀਆਂ ਹਨ। ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਤਰ ਸਿੰਘ ਜੀ, ਜੋ ਵਿਦਿਆਰਥੀ ਦਮਦਮੀ ਟਕਸਾਲ ਵਾਲੇ ਹਨ, ਨਿਤਾ ਪ੍ਰਤੀ ਆਪ ਜੀ ਨੂੰ ਗੁਰੂ ਕੇ ਸ਼ਬਦ ਵਿਚਾਰ ਨਾਲ ਜੋੜਦੇ ਹਨ। ਗੁਰੂ ਕੇ ਚਰਨਾਂ ਵਿੱਚ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ। ਸੋ ਆਓ ਆਪਾਂ ਲੜੀਵਾਰ ਕਥਾ ਜੋ ਸਾਰੰਗ ਰਾਗ ਵਿੱਚ ਚੱਲ ਰਹੀ ਹੈ ਉਸ ਨੂੰ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਹਿਬਜ਼ਾਦਿਆਂ ਨੂੰ, ਮਾਤਾ ਸਾਹਿਬ ਜੀ ਨੂੰ ਯਾਦ ਕਰਦਿਆਂ ਹੋਇਆਂ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬ ਮਹਲਾ ਪੰਜਵਾ। ਦੁਪਦੇ ਘਰ ਚੌਥਾ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਰੰਗ ਰਾਗ ਦੇ ਉੱਪਰ, ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਧਰਨ ਗਗਨ ਨਾਮ ਖੰਡ ਮਹਿ ਜੋਤ ਸਰੂਪੀ ਰਹਿਓ ਭਰ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜੋ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਅਤੇ ਆਪ ਪਰਮੇਸ਼ਰ ਰੂਪ ਹੋਏ ਹੈ, ਗੁਰੂ ਅਰਜਨ ਪ੍ਰਤੱਖ ਹਰ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਜ਼ਿਆਦਾ ਅੰਕਿਤ ਹੈ। ਮਹਾਰਾਜ ਸਾਰੰਗ ਰਾਗ ਦੇ ਵਿੱਚ ਮਹੱਲਾ ਪੰਜਵਾਂ ਪੰਜਵੇਂ ਸਰੂਪ ਫਰਮਾਉਂਦੇ ਹੈ। ਇਹ ਦੋ ਪਦਿਆਂ ਦਾ ਸ਼ਬਦ ਹੈ ਜਿਹਨੂੰ ਆਪਾਂ ਪੌੜੀਆਂ ਕਹਿ ਦਿੰਦੇ ਹਾਂ, ਅਤੇ ਜਿਸ ਨੂੰ
ਰਾਗੀ ਸਾਹਿਬਾਨਾਂ ਨੂੰ ਗਾਉਣ ਦੀ ਮਰਿਆਦਾ ਚੌਥੇ ਘਰ ਸੁਰਤਾਲ ਵਿੱਚ ਹੈ। ਇਸ ਪ੍ਰਕਾਰ ਮਹਾਰਾਜ ਸਾਰੰਗ ਰਾਗ ਵਿੱਚ ਫਰਮਾਉਂਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਵਸਤੂ ਨਿਰਦੇਸ਼ ਮੰਗਲ ਮਹਾਰਾਜ ਕਰਦੇ ਹੈ। ਇੱਕ ਜੋ ਅਦੁੱਤੀ ਬ੍ਰਹਮ ਹੈ, ਪਰਮੇਸ਼ਰ ਹੈ, ਜਿਹਦੇ ਵਰਗਾ ਕੋਈ ਦੂਜਾ ਨਹੀਂ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਤੁਧ ਬਿਨ ਦੂਜਾ ਨਾਹੀ ਕੋਏ। ਬਸ ਇੱਕੋ ਹੀ ਇੱਕ ਜੋ ਪਰਮੇਸ਼ਰ ਹੈ, ਜਿਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ। ਉਸ ਇੱਕੋ ਇੱਕ ਪਰਮੇਸ਼ਰ ਦਾ ਹੀ ਓੰਕਾਰ, ਉਹਦਾ ਹੀ ਸਾਰਿਆਂ ਵਿੱਚ ਪ੍ਰਕਾਸ਼ ਹੈ। ਜਿੰਨੇ ਵੀ ਆ ਖੰਡ ਬ੍ਰਹਿਮੰਡ ਪ੍ਰਕਾਸ਼ ਰਹੇ ਹੈ, ਜੀਵ ਚੱਲ ਫਿਰ ਰਹੇ ਹੈ, ਉਸ ਪਰਮੇਸ਼ਰ ਦੇ ਪ੍ਰਕਾਸ਼ ਕਰਕੇ, ਉਹਦੀ ਸੱਤਾ ਕਰਕੇ। ਭਾਵ ਜੋ ਸਰਬ ਦਾ ਪ੍ਰਕਾਸ਼ਕ ਹੈ, ਇੱਕੋ ਇੱਕ ਪਰਮਾਤਮਾ, ਉਹਦੀ ਪ੍ਰਾਪਤੀ ਕਿੱਥੋਂ ਹੈ? ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਨਾਲ। ਇਸ ਕਰਕੇ ਭਾਈ ਸਤਿਗੁਰੂ ਇੱਕੋ ਹੀ ਹੈ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਐਸੇ ਸਤਿਗੁਰੂ ਨਾਨਕ ਦੇ ਮਹਾਰਾਜ ਸ਼ਰਨ ਲਓ। ਨਾਨਕ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਰਨ ਲਓ। ਭਾਵ ਗੁਰੂ ਵਾਲੇ ਬਣੋ ਭਾਈ, ਸਤਿਗੁਰੂ ਵਾਲੇ ਬਣੋ, ਤੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ। ਕਰ ਆਵੋ ਕਰੋ ਜੋ ਦਰਿਆ। ਅੱਗੇ ਮਹਾਰਾਜ ਜੀਵ ਰੂਪੀ ਇਸਤਰੀ ਦਾ ਅਲੰਕਾਰ ਬਣ ਕੇ ਸ਼ਬਦ ਦੀ ਆਰੰਭਣਾ ਕਰਦੇ ਕਿ ਵੇਖੋ ਭਗਤੀ ਦੇ ਜਿਹੜਾ ਹੈ ਨਾ, ਹਰੇਕ ਕੋਈ ਕਰਦਾ ਹੈ। ਦੂਜੀ ਗੱਲ, ਇਹ ਸ਼ਬਦ ਜਿਹੜਾ ਪਰਮਾਰਥੀਆਂ ਦੀ ਸਿੱਖਿਆ ਵਾਸਤੇ ਹੈ। ਜਿਹੜੇ ਪਰਮੇਸ਼ਰ ਨੂੰ ਮੰਨਦੇ ਵੀ ਹੈ ਪਰ ਮਾਣ ਵੀ ਕਰਦੇ ਹੈ, ਤੇ ਕਿਸੇ ਵੇਲੇ ਹੰਕਾਰ ਵਿੱਚ ਵੀ ਬੋਲਦੇ ਆ, ਵੇਖੋ ਮਹਾਰਾਜ ਤੁਹਾਨੂੰ ਮੰਨਦਾ, ਮੈਨੂੰ ਕੀ ਮਿਲ ਰਿਹਾ। ਉਹਨਾਂ ਦਾ ਜਿਹੜਾ ਹੱਥ ਜੋੜਨਾ ਹੈ, ਉਸੇ ਕਰਕੇ ਪਰਮੇਸ਼ਰ ਨਾਲ ਮੇਲ ਨਹੀਂ ਹੁੰਦਾ। ਤਾਂ ਕਰਕੇ ਮਹਾਰਾਜ ਕਹਿੰਦੇ ਹੈ, ਇਸਤਰੀ ਦਾ ਅਲੰਕਾਰ ਬਣ ਕੇ ਜੀਵ ਰੂਪੀ ਇਸਤਰੀ ਕਹਿੰਦੀ, ਹੈ ਮੋਹਨ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਗਟ ਹੋ। ਪਹਿਲੀ ਗੱਲ, ਸਾਧ ਸੰਗਤ ਜੀ, ਪਰਮੇਸ਼ਰ ਤੋਂ ਬਿਨਾਂ ਦੇ ਖਾਲੀ ਥਾਂ ਕੋਈ ਹੈ ਹੀ ਨਹੀਂ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਜਦੋਂ ਉਹਦੇ ਬਿਨਾਂ ਖਾਲੀ ਥਾਂ ਹੀ ਨਹੀਂ, ਤੇ ਫਿਰ ਉਹਨੇ ਕਿੱਥੇ ਆਉਣਾ ਤੇ ਕਿੱਥੇ ਜਾਣਾ। ਅਸਲ ਵਿੱਚ ਗੱਲ ਇਹ ਆ ਵੀ ਉਹ ਪਰਮੇਸ਼ਰ ਜਿਹੜੇ ਆ ਨਾ, ਜਿਹੜੇ ਬੰਦਗੀ ਕਰਨ ਵਾਲੇ, ਉਹਨਾਂ ਦੇ ਹਿਰਦਿਆਂ ਵਿੱਚ ਪ੍ਰਗਟ ਹੈ, ਤੇ ਜਿਹੜੇ ਨਹੀਂ ਬੰਦਗੀ ਕਰਦੇ, ਉਹਨਾਂ ਦੇ ਹਿਰਦਿਆਂ ਵਿੱਚ ਉਪਰਾਮ ਹੈ ਉਹ ਮਾਲਕ। ਤੇ ਇਸ ਤਰ੍ਹਾਂ ਉਹ ਜੀਵ ਰੂਪੀ ਇਸਤਰੀ ਬੇਨਤੀ ਕਰਦੀ ਹੈ, ਮੋਹਨ। ਮੋਹਨ ਕੌਣ ਹੈ? ਜਿਹਨੇ ਸਾਰੇ ਭਗਤਾਂ ਨੂੰ, ਸਾਧ ਸੰਗਤ ਜੀ, ਆਪਣੀ ਪ੍ਰੇਮਾ ਭਗਤੀ ਵਿੱਚ ਮੋਹ ਲਿਆ, ਤੇ ਜਿਹਨੇ ਸਾਰੇ ਭਗਤਾਂ ਦੇ ਮੋਹ ਨੂੰ ਕੱਟ ਦਿੱਤਾ ਹੈ। ਜਿਹਦੇ ਆਪਣੇ ਅੰਦਰ ਮੋਹ ਨਾ, ਜਿਹਦੇ ਆਪਣੇ ਅੰਦਰ ਕੋਈ ਮੋਹ ਨਹੀਂ ਹੈ, ਪਰ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਮੋਇਆ ਹੋਇਆ ਹੈ। ਬਨਸਪਤੀ ਰੂਪ ਹੋ ਕੇ, ਭਾਵੇਂ ਉਹ ਜੀਵ ਰੂਪ ਹੋ ਕੇ, ਕਿਸੇ ਰੂਪ ਵਿੱਚ ਹੀ ਹੋ ਕੇ, ਭਾਵੇਂ ਮਾਇਆ ਰੂਪ ਵਿੱਚ ਹੋ ਕੇ, ਉਹ ਮੋਹਨ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਬਚਨ ਅਨੂਪ ਚਾਲ ਨਰਾਲੀ। ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਐਸਾ ਜੋ ਮੋਹਨ ਪਰਮੇਸ਼ਰ, ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ, ਮੋਹਨ ਮੋਹੇ ਲਿਆ ਮਨ ਮੇਰਾ, ਮੋਹਨ ਮੋਹੇ ਲਿਆ ਮੋਹੇ। ਉਹ ਮੋਹਨ ਪਰਮੇਸ਼ਰ ਅੱਗੇ ਬੇਨਤੀ ਕਰਦੀ ਜੀਵ ਰੂਪੀ ਇਸਤਰੀ, ਜਿਹੜੀ ਬੰਦਗੀ ਕਰਦੀ ਹੈ ਪਰ ਥੋੜੀ ਮਾਨੀ ਹੈ, ਹੰਕਾਰੀ ਹੈ। ਉਹ ਕਹਿੰਦੀ ਹੈ, ਮੋਹਨ ਪਰਮੇਸ਼ਰ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਪ੍ਰਗਟ ਹੋਵੋ, ਆਓ, ਕਿਉਂਕਿ ਮੈਂ ਕਰੋ ਜੋ ਦਰਿਆ। ਮੈਂ ਦੋਵੇਂ ਹੱਥ ਜੋੜ ਕੇ ਜੋਦੜੀਆਂ ਕਰਦੀ ਹਾਂ ਆਪ ਜੀ ਅੱਗੇ। ਮਾਨ ਕਰੋ ਅਭਿਮਾਨੈ ਬੋਲੋ। ਪਰ ਅੱਗੋਂ ਆਕਾਸ਼ਵਾਣੀ ਹੁੰਦੀ ਹੈ, ਜੀਵ ਰੂਪੀ ਇਸਤਰੀਏ, ਇਹ ਬੰਦਗੀ ਕਰਨ ਵਾਲੀਏ ਮਾਨੀਏ, ਵੇਖ ਤੂੰ ਮਾਣ ਕਰਦੀ ਹੈ। ਇਹ ਜਿਹੜਾ ਮਾਣ ਕਰਦੀ ਹੈ ਤੇ ਹੰਕਾਰ ਵਿੱਚ ਬੋਲਦੀ ਹੈ। ਤੇਰੀ ਪ੍ਰੇਚਰੀ
ਚਿਰਿਆ ਫਿਰ ਭੁੱਲਾਂ ਕਰਦੀਆਂ ਵੱਡੀਆਂ, ਚੁੱਕਾਂ ਕਰਦੀਆਂ ਛੋਟੀਆਂ। ਛੋਟੀ ਗਲਤੀ ਨੂੰ ਚੁੱਕ ਕਿਹਾ ਜਾਂਦਾ, ਵੱਡੀ ਗਲਤੀ ਨੂੰ ਭੁੱਲ ਕਿਹਾ ਜਾਂਦਾ। ਭੁੱਲਾਂ ਚੁੱਕਾਂ ਕਰਦੀਆਂ ਤੇ ਫਿਰ ਉੱਪਰੋਂ ਕਹਿੰਦੀਆਂ ਤੇਰੀ ਪ੍ਰੇਚਰੀਆ, ਮੈਂ ਤੇਰੀ ਚੇਲੀ ਹਾਂ। ਇਵੇਂ ਕਿਵੇਂ ਹੋ ਸਕਦਾ? ਆਪਣੇ ਆਪ ਕਿਵੇਂ ਦਾਵਾ ਕੀਤਾ ਜਾ ਸਕਦਾ ਮੈਂ ਤੇਰੀ ਚੇਲੀ ਹਾਂ? ਇਹ ਤੇ ਸਾਧ ਸੰਗਤ ਜੀ ਪਰਮੇਸ਼ਰ ਕਹੇ, ਗੁਰੂ ਸਾਹਿਬ ਕਹਿਣ ਤੇ ਫੇਰ ਹੀ ਆ ਨਾ। ਗੁਰੂ ਸਾਹਿਬ ਕਹਿਣ ਤੂੰ ਭਾਈ ਮੇਰਾ ਸਿੱਖ ਹੈ ਤੇ ਚਲੋ ਇੱਕ ਪ੍ਰਮਾਣ ਪੱਤਰ ਹੋ ਜਾਂਦਾ। ਜਿਹੜਾ ਆਪ ਕਹਿਣਾ ਮੈਂ ਤੇਰਾ ਸਿੱਖ ਹਾਂ ਮਹਾਰਾਜ, ਇਹ ਤੁਸੀਂ ਮੈਨੂੰ ਮਿਲੋ, ਮੇਰੇ ਘਰ ਵਿੱਚ ਪ੍ਰਗਟ ਹੋ, ਇਹ ਮਾਣ ਕਰਦੀ ਹੈ। ਤੂੰ ਮਾਣ ਕਰੋ, ਅਭਿਮਾਨੈ ਬੋਲੋ ਤੇ ਹੰਕਾਰ ਵਿੱਚ ਬੋਲਦੀ। ਇਹ ਮਾਣ ਤੇ ਪਰਮੇਸ਼ਰ ਨੂੰ ਭਾਉਂਦਾ ਹੀ ਨਹੀਂ। ਆਪਣੇ ਆਪ ਨਹੀਂ ਕਹਿਣਾ ਚਾਹੀਦਾ ਕਿ ਮੈਂ ਤੇਰੀ ਚੇਲੀ ਹਾਂ, ਮੈਂ ਤੇਰਾ ਸਿੱਖ ਹਾਂ। ਇਹ ਤੇਰਾ ਬਣਦਾ ਨਹੀਂ ਹੈ, ਕਿਉਂਕਿ ਮਾਣ ਦੇ ਬਚਨ ਹੈ ਆਪਣੇ ਆਪ ਨੂੰ ਜਿਹੜਾ ਦਾਵਾ ਕਰਨਾ। ਇਹ ਮਾਣ ਤੇ ਪਰਮੇਸ਼ਰ ਨੂੰ ਭਾਇਆ ਹੀ ਨਹੀਂ। ਇਹ ਪਰਮੇਸ਼ਰ ਮਾਣ ਕਰੋ ਅਭਿਮਾਨੈ ਬੋਲੋ। ਮੈਂ ਮਾਣ ਕਰਦੀ ਹਾਂ ਕਾਹਦਾ? ਸਾਧਨਾ ਦਾ, ਵੀ ਮੈਂ ਬੜੀ ਬੰਦਗੀ ਕਰਦੀ ਹਾਂ। ਬੋਲੋ ਅਭਿਮਾਨੈ ਬੋਲੋ, ਹੰਕਾਰ ਵਿੱਚ ਮੈਂ ਇਹ ਬੋਲਦੀ ਹਾਂ ਕਿ ਮੈਂ ਇੰਨਾ ਪਾਠ ਪੂਜਾ ਕਰਦੀ ਹਾਂ। ਹੇ ਪਰਮੇਸ਼ਰ ਤੂੰ ਮੇਰੇ ਹਿਰਦੇ 'ਚ ਫਿਰ ਨਹੀਂ ਪ੍ਰਗਟ ਹੁੰਦਾ, ਮੇਰੀਆਂ ਜੋਦੜੀਆਂ ਤੂੰ ਫਿਰ ਨਹੀਂ ਸੁਣਦਾ। ਪਰ ਅੱਗੋਂ ਪਰਮੇਸ਼ਰ ਦਾ ਹੀ ਵਾਕ ਹੈ, ਮਾਣ ਤੂੰ ਕਰਦੀ ਹੈ ਨਾ ਜਿਹੜਾ ਅਭਿਮਾਨ 'ਚ ਬੋਲਦੀ ਹਾਂ, ਇਸ ਕਰਕੇ ਤੂੰ ਸਾਡੀ ਚੇਲੀ ਨਹੀਂ ਹੋ ਸਕਦੀ। ਜਿਵੇਂ ਸਾਧ ਸੰਗਤ ਜੀ ਬਾਬਾ ਫਰੀਦ ਸਾਹਿਬ ਜੀ ਨੇ ਜਿੰਨੀ ਭਗਤੀ ਕੀਤੀ ਹੈ, ਬਹੁਤ ਕਠਿਨ ਤਪ ਕੀਤਾ, 48 ਸਾਲ ਹੈ। ਇੱਕ ਦਿਨ ਦੀ ਗੱਲ ਹੈ, ਬਾਬਾ ਫਰੀਦ ਜੀ ਖੂਹ ਦੇ ਵਿੱਚ ਲਟਕੇ ਹੋਏ ਹੈ ਤੇ ਸੰਗਲ ਪਾਇਆ ਹੋਇਆ ਹੈ, ਪੁੱਠੇ ਲਟਕੇ ਹੋਏ ਹੈ ਤੇ ਨੇਤਰ ਬੰਦ ਕੀਤੇ ਹੋਏ ਹੈ ਤੇ ਬੰਦਗੀ ਕਰ ਰਹੇ ਹੈ। ਉਧਰੋਂ ਦੀ ਇੱਕ ਅਯਾਲੀ ਜੋ ਬੱਕਰੀਆਂ ਦਾ ਚਰਾਵਾ ਸੀ ਉਹ ਲੰਘ ਰਿਹਾ ਹੈ। ਉਹ ਖੂਹ ਦੀ ਮਣ ਤੇ ਆ ਬੈਠਾ। ਜਦੋਂ ਨੇ ਖੂਹ ਦੀ ਮਣ ਤੇ ਆ ਕੇ ਵੇਖਿਆ ਤੇ ਵੀ ਇੱਕ ਜਿਹੜਾ ਫਕੀਰ ਲਟਕਿਆ ਹੋਇਆ, ਕਿੰਨਾ ਚਿਰ ਵੇਂਦਾ ਰਿਹਾ। ਇਸ ਤਰ੍ਹਾਂ ਜਾਇਆ ਕਰੇ ਤੇ ਰੋਜ਼ ਹੀ ਮਨ ਤੇ ਬਹਿ ਜਾਇਆ ਕਰੇ ਤੇ ਬਾਬਾ ਫਰੀਦ ਸਿੰਘ ਨੂੰ ਵੇਖ ਲਿਆ ਕਰੇ। ਇੱਕ ਦਿਨ ਮਨ 'ਚ ਹੀ ਮਨਾ, ਇਹ ਰੋਜ਼ ਹੀ ਲਮਕੇ ਹੁੰਦੇ ਐ, ਸ਼ਾਇਦ ਕੋਈ ਸ਼ਕਤੀ ਮਿਲਦੀ ਹੋਊ ਤੇ ਮੈਨੂੰ ਵੀ ਜਿਹੜਾ ਲਮਕ ਜਾਣਾ ਚਾਹੀਦਾ ਹੈ, ਸ਼ਾਇਦ ਮੈਨੂੰ ਵੀ ਕੋਈ ਸ਼ਕਤੀ ਪ੍ਰਾਪਤ ਹੋ ਜੇ। ਇਸ ਤਰ੍ਹਾਂ ਸਾਧ ਸੰਗਤ ਜੀ ਨੇ ਜੰਗਲ ਵਿੱਚੋਂ ਕੱਚੀ ਜਿਹੜੀ ਰੱਸੀ ਦੀ ਮੂੰਜ ਹੈ ਨਾ, ਉਹ ਉਹਨੇ ਲੈ ਲਈ ਤੇ ਆਪਣੀ ਲੱਤ ਨੂੰ ਬੰਨ੍ਹ ਕੇ, ਜਿਹੜਾ ਖੂਹ ਦੇ ਉੱਪਰ ਸ਼ਤੀਰ ਪਿਆ ਹੋਇਆ ਉਹਨੂੰ ਬੰਨ੍ਹ ਕੇ ਤੇ ਠਾਂ ਹੇਠਾਂ ਲਟਕ ਗਿਆ। ਜਦੋਂ ਹੇਠਾਂ ਲਟ ਗਿਆ, ਹੁਣ ਕੱਚੀ ਰੱਸੀ ਸੀ, ਉਹ ਭਾਰ ਨਾ ਚੱਲ ਸਕੀ। ਥੋੜ੍ਹੇ ਸਮੇਂ ਬਾਅਦ ਹੀ ਉਹ ਜਿਹੜਾ ਖੂਹ ਦੇ ਵਿੱਚ ਡਿੱਗ ਪਿਆ। ਕੜਮ ਕਰਦਾ ਜਦੋਂ ਖੂਹ 'ਚ ਡਿੱਗਿਆ, ਬਾਬਾ ਫਰੀਦ ਸਾਹਿਬ ਜੀ ਦੇ ਨੇਤਰ ਖੁੱਲ੍ਹ ਗਏ। ਵੇਖਿਆ ਆਵਾਜ਼ ਕਾਹਦੀ ਆਈ ਹੈ, ਉਹ ਰੱਸੀ ਟੁੱਟੀ ਲਟਕੀ ਹੋਈ ਹੈ। ਵੇਖਿਆ ਇਹ ਮਨੁੱਖ ਦੇ ਲੱਗਦਾ ਕੋਈ ਲਟਕਿਆ ਹੋਇਆ ਹੈ, ਇੰਨਾ ਸਮਾਜ 'ਚ ਲੀਨ ਹੈ। ਜਦੋਂ ਖੂਹ 'ਚ ਡਿੱਗਿਆ, ਵੇਖਿਆ ਨਾ ਪੁਰਸ਼ ਡਿੱਗ ਪਿਆ ਤੇ ਬਾਬਾ ਫਰੀਦ ਸਾਹਿਬ ਜੀ ਉਸ ਵੇਲੇ ਹੰਕਾਰ ਦੇ ਸਹਿਤ ਹੋ ਕੇ ਬਚਨ ਕਹਿਣ ਲੱਗੇ। ਕਹਿੰਦੇ ਵੇਖੋ ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਹ। ਵੇਖੋ ਅਸੀਂ ਹੰਸ ਹੁੰਦੇ ਆ, ਇਹਦੀ ਬੰਦਗੀ ਵਾਲੇ। ਇਹ ਬੰਗਲੇ ਨੂੰ ਵੀ ਚਾਹਿਆ ਵੀ ਮੈਂ ਵੀ ਬੰਦਗੀ ਕਰ ਲਾਂ, ਮੈਂ ਵੀ ਠਾਂ ਲਮਕ ਜਾ। ਤੇ ਆ ਕਿੱਦਾਂ ਹੋ ਕੀ ਘਪਾਣਾ ਵਰਤ ਗਿਆ ਕਿ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਆ ਡੁੱਬ ਕੇ ਮਰ ਚੱਲਿਆ ਹੈ ਤੇ ਸਿਰ ਇਹਦਾ ਥੱਲੇ ਹੈ, ਪੈਰ ਇਹਦਾ ਉੱਪਰ ਹੋਏ ਹੈ। ਇਹ ਜਿਹੜਾ ਹੰਸਾ ਸਾਨੂੰ ਵੇਖ ਕੇ ਨਾ ਇਹ ਬਗਲੇ ਨੂੰ ਚਾਹ ਆਇਆ। ਇੰਨਾ ਕਹਿ ਕੇ ਫਰੀਦ ਸਾਹਿਬ ਜੀ ਤਾਂ ਉੱਪਰ ਆ ਗਏ ਤੇ ਚੱਲ ਕੇ ਜਿਹੜਾ ਹੈ ਬਾਹਰ ਚਲੇ ਗਏ। ਜਦੋਂ ਦੁਪਹਿਰ ਦੀ ਚੜ੍ਹ ਗਈ ਤੇ ਟੇਹ ਬੜੀ ਲੱਗੀ। ਥੋੜ੍ਹੀ ਦੂਰ ਤੇ ਵੇਖਿਆ ਕਿ ਖੂਹ 'ਚੋਂ ਪਾਣੀ ਜਿਹੜਾ ਆਪਣੇ ਆਪ ਹੀ ਬਾਹਰ ਆ ਰਿਹਾ, ਉਛਲ। ਜੀਵ ਜਿਹੜੇ ਹੈ ਪਸ਼ੂ ਪੰਛੀ ਉਹ ਪਾਣੀ ਪੀ ਰਹੇ ਹੈ, ਹਿਰਨ ਆਦਿ ਜੰਗਲੀ ਜਾਨਵਰ ਪਾਣੀ ਪੀ ਰਹੇ ਹੈ। ਬਾਬਾ ਫਰੀਦ ਸਾਹਿਬ ਜੀ ਖੂਹ ਵੇਖ ਕੇ ਗਾਂਹ ਤੁਰੇ ਗਏ। ਜਦੋਂ ਉੱਥੇ ਪਹੁੰਚੇ ਸਾਧ ਸੰਗਤ ਜੀ ਤੇ ਖੂਹ ਦਾ ਪਾਣੀ ਜਿਹੜਾ ਹੇਠਾਂ ਹੋ ਗਿਆ, ਪੰਛੀ ਵੀ ਸਾਰੇ ਨੱਠ ਗਏ, ਉਹ ਜਾਨਵਰ ਵੀ ਸਾਰੇ ਨੱਠ ਗਏ। ਬਾਬਾ ਫਰੀਦ ਸਾਹਿਬ ਜੀ ਵੇਖ ਕੇ ਬੜੇ ਹੈਰਾਨ ਹੋਏ। ਕਹਿੰਦੇ ਮਨਾ ਆ ਗਈ, ਉੱਚੀ ਸਾਰੀ ਕਹਿਣ ਲੱਗੇ, ਹੇ ਖੁਦਾ ਤੇਰੀ ਮੈਂ ਬੰਦਗੀ ਕਰਦਾ। ਆਹ ਬੰਦਗੀ ਵੇਖ ਲਓ ਕੀ ਕਰਦਾ ਕਿ ਖੂਹ ਦਾ ਜਿਹੜਾ ਪਾਣੀ ਆ ਉਹ ਹੇਠਾਂ ਹੋ ਗਿਆ। ਸਾਰੇ ਪਸ਼ੂ ਪੰਛੀ ਪਾਣੀ ਉੱਤੋਂ ਪੀਣ ਡੇ, ਮੇਰਾ ਪਾਣੀ ਹੇਠਾਂ ਚਲ ਗਿਆ। ਇਹ ਕੀ ਆਕਾਸ਼ਬਾਣੀ ਹੋਈ। ਕਹਿੰਦੇ ਇਹ ਫਰੀਦਾ, ਉਹ ਜਿਹੜੇ ਪਸ਼ੂ ਪੰਛੀ ਹੈ ਨਾ ਉਹਨਾਂ ਨੂੰ ਕਿਸੇ ਦਾ ਆਸਰਾ ਨਹੀਂ ਹੁੰਦਾ। ਇਹ ਬੰਦੇ ਨੂੰ ਤੇ ਕਈ ਆਸਰੇ ਹੈ,
ਕਈ ਹੀਲੇ ਇੱਕ ਤੋਂ ਮੰਗ ਕੇ ਲੈ ਲੈਂਦਾ। ਉਹਨਾਂ ਨੂੰ ਕਾਹਦਾ ਆਸਰਾ? ਉਹਨਾਂ ਨੂੰ ਇੱਕ ਪਰਮੇਸ਼ਰ ਦਾ ਹੀ ਆਸਰਾ, ਉਹਨਾਂ ਵਿੱਚ ਹੰਗਤਾ ਨਹੀਂ ਹੈਗੀ। ਇਹ ਤਾਂ ਪਾਣੀ ਉੱਪਰ ਸੀ। ਫਰੀਦਾ ਤੂੰ ਹੰਕਾਰੀ ਹੈ ਤੇ ਤੂੰ ਆਪਣੇ ਨੂੰ ਹੰਸ ਮੰਨਦਾ, ਦੂਜੇ ਨੂੰ ਬਗਲਾ ਮੰਨਦਾ, ਕਹਿੰਦਾ ਮੈਂ ਬੜੀ ਬੰਦਗੀ ਕਰਦਾ, ਮੈਂ ਬੜਾ ਜਿਹੜਾ ਸਿਮਰਨ ਕਰਦਾ, ਮੈਂ ਵੇਖੋ ਕਿੰਨਾ ਕਠਨ ਤਪ ਕਰਨ ਡਿਆ। ਦੂਜਿਆਂ ਨੂੰ ਤੂੰ ਬਗਲੇ ਗਿਣਦਾ। ਇਹ ਤਾਂ ਪਾਣੀ ਹੇਠਾਂ ਚਲਾ ਗਿਆ, ਇਹ ਤੇਰੇ ਹੰਕਾਰ ਕਰਕੇ ਪਾਣੀ ਹੇਠਾਂ ਗਿਆ। ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਬੜੇ ਹੋਏ, ਕਹਿੰਦੇ ਉਹ ਮਨਾ ਤੂੰ ਕੀ ਬੰਦਗੀ ਕਰਦਾ, ਤੂੰ ਤੇ ਹਜੇ ਮਾਣ ਹੀ ਕਰੀ ਜਾਂਦਾ, ਹਜੇ ਵੀ ਹੰਕਾਰ 'ਚ ਬੋਲਦਾ ਪਰਮੇਸ਼ਰ ਅੱਗੇ। ਹੇ ਪਰਮੇਸ਼ਰ, ਮੈਂ ਤੇਰਾ ਭਗਤ, ਤੇਰਾ ਦਰਵੇਸ਼ ਤੇ ਜੰਗਲਾਂ ਵਿੱਚ ਭਟਕਦਾ ਫਿਰਦਾ ਵਾਂ, ਤੇ ਤੁਸੀਂ ਮੇਰੇ ਵਾਰੀ ਪਾਣੀ ਹੇਠਾਂ। ਤੇ ਜਿਹੜੇ ਜਾਨਵਰ ਕੋਈ ਬੰਦਗੀ ਨਹੀਂ ਕਰਦੇ, ਭਜਨ ਨਹੀਂ ਕਰਦੇ, ਉਹਨਾਂ ਨੂੰ ਤੁਸੀਂ ਕਿੱਦਾਂ ਪਾਣੀ ਦੇ ਰਹੇ ਹੋ? ਇਹ ਮਹਾਰਾਜ ਪਰਮੇਸ਼ਰ, ਇਹ ਖੁਦਾ, ਇਹ ਕੀ ਹੈ? ਉਸ ਵੇਲੇ ਸਾਧ ਸੰਗਤ ਜੀ ਫਰੀਦ ਸਾਹਿਬ ਦਾ ਸਾਰਾ ਹੀ ਮਾਨ ਟੁੱਟ ਗਿਆ ਸੀ। ਤੇ ਇਸ ਤਰ੍ਹਾਂ ਬੜੀ ਬੰਦਗੀ ਕੀਤੀ, 48 ਸਾਲ ਤਪ ਕੀਤਾ। ਇੱਥੇ ਉਹੀ ਬਚਨ ਆ ਰਹੇ ਹੈ ਕਿ ਹੇ ਜੀਵ ਰੂਪੀ ਇਸਤਰੀ, ਤੂੰ ਕਹਿੰਦੀ ਤੇ ਜ਼ਰੂਰ ਹੈ ਕਿ ਮੋਹਨ ਘਰ ਆਵੋ ਕਰੋ ਜੁਦਰੀਆ, ਮੇਰੇ ਹਿਰਦੇ 'ਚ ਪ੍ਰਗਟ ਹੋ ਜੋ। ਹੇ ਪਰਮੇਸ਼ਰ, ਮੈਨੂੰ ਦਰਸ਼ਨ ਦੇ ਦਿਓ। ਹੇ ਗੁਰੂ ਸਾਹਿਬ, ਮੈਨੂੰ ਦਰਸ਼ਨ ਦੇ ਦਿਓ, ਮੈਂ ਜੋਦਰੀਆਂ ਕਰਦੀ ਹਾਂ। ਗੁਰੂ ਸਾਹਿਬ ਕਹਿੰਦੇ ਵੀ ਕੀ ਕਰਦੀ ਤੂੰ? ਵੇਖੋ ਮੈਂ ਕਿੰਨਾ ਬੰਦਗੀ ਕਰਦੀ, ਮੈਂ ਕਿੰਨਾ ਪਾਠ ਕਰਦੀ। ਫਿਰ ਉਹ ਗੁਰੂ ਸਾਹਿਬ ਜਵਾਬ ਦਿੰਦੇ ਆ, ਮਾਨ ਕਰੋ ਅਭਿਮਾਨੈ ਬੋਲੋ, ਇਹ ਤੇਰਾ ਮਾਣ ਹੈ, ਤੈਨੂੰ ਕਹਿਣਾ ਨਹੀਂ ਚਾਹੀਦਾ। ਇਹ ਤੇ ਜੋ ਤੂੰ ਬੰਦਗੀ ਕਰਦੀ ਹਮੇਸ਼ਾ ਮਾਨ ਤੋਂ ਰਹਿਤ ਹੀ ਰਹਿਣਾ, ਹੰਕਾਰ 'ਚ ਨਹੀਂ ਬੋਲਣਾ ਮੈਂ ਬੜੇ ਪਾਠ ਪੂਜਾ ਕਰਦਾ, ਮੈਂ ਬੜਾ ਸਿਮਰਨ ਅਭਿਆਸੀ ਹਾਂ। ਇਹ ਨੀਵੇਂ ਹੋ ਕੇ ਰਹਿਣਾ ਹੈ। ਭੁੱਲਾ ਕਰਦੀ, ਚੁੱਕਾਂ ਕਰਦੀ ਹਾਂ, ਤੇ ਉੱਤੋਂ ਕਹਿੰਦੇ ਤੇਰੀ ਪ੍ਰੇਮ ਚਿਰੀਆ, ਮੈਂ ਤੇਰੀ ਚੇਲੀ ਹਾਂ, ਇਹ ਤੇਰੀ ਭੁੱਲ ਹੈ, ਮਾਨ ਨਾ ਕਰ। ਵਿਸ਼ਰਾਮ ਦੇ ਕੇ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਫਿਰ ਵੇਖੋ ਮੈਂ ਕਿੰਨੇ ਸ਼ਾਸਤਰਾਂ ਦਾ ਅਧਿਐਨ ਕੀਤਾ, ਕਿੰਨੇ ਮੈਂ ਵੇਦਾਂ 'ਚ, ਆਗਮ ਨਿਗਮਾਂ 'ਚੋਂ, ਸ਼ਾਸਤਰਾਂ 'ਚੋਂ, ਪੁਰਾਣਾਂ 'ਚੋਂ ਸੁਣਿਆ, ਕਹਿੰਦੇ ਵੀ ਪਰਮੇਸ਼ਰ ਨੇੜੇ ਹੀ ਆਂਦੇ, ਥਾਂ ਥਾਂ ਵਸਦਾ। ਹੇ ਮਹਾਰਾਜ, ਆਪ ਜੀ ਦੇ ਬਚਨ ਵੀ ਆ, ਜਾ ਜਾ ਪੇਖੋ ਤਹਿ ਹਜੂਰ, ਦੂਰ ਕਤਹੁ ਨਹਿ ਜਾਈ, ਕੱਢ ਕੱਢ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਨਿਕਟ ਵਸੈ ਨਾਹੀ ਹਰ ਦੂਰ। ਵੀ ਪਰਮੇਸ਼ਰ ਨੇੜੇ ਵਸਦਾ, ਇਹ ਸੁਣਦੀ ਆ ਰਹੀ ਆ ਤੇ ਅਰ ਪੇਖੋ ਨਹੀਂ, ਫਿਰ ਵੀ ਮੈਂ ਵੇਖਦੀ ਨਹੀਂ। ਹੁਣ ਆਪਾਂ ਸਾਰੇ ਵਿਦਵਾਨ ਜਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹੋ, ਕਹਿੰਦੇ ਭਾਈ ਪਰਮੇਸ਼ਰ ਤੁਹਾਡੇ ਹਿਰਦੇ 'ਚ ਹੀ ਵਸਦਾ। ਇਹ ਸਭ ਮਹਾਰਾਜ ਇੱਥੇ ਵੀ ਹੈ, ਬਾਹਰ ਵੀ ਹੈ, ਉਹ ਸਮੁੰਦਰਾਂ 'ਚ, ਉਹ ਪਹਾੜਾਂ 'ਚ, ਉਹ ਕੰਧਰਾਂ 'ਚ, ਗੁਫਾਵਾਂ 'ਚ, ਉਹ ਬਨਸਪਤੀ 'ਚ, ਆਪਾਂ ਕਹਿੰਦੇ ਹਾਂ। ਫਿਰ ਆਪਾਂ ਕਹਿੰਦੇ ਉਹ ਵਿਖਦਾ ਕਿਉਂ ਨਹੀਂ? ਪਰ ਉਹ ਮਾਨਿਆਂ ਨੂੰ ਨਹੀਂ ਦਿਖਦਾ, ਉਹ ਅਭਿਮਾਨੀਆਂ ਨੂੰ ਨਹੀਂ ਦਿਖਦਾ। ਜਿਹੜੇ ਦਾਅਵੇ ਕਰਦੇ ਮੈਂ ਚੇਲੀ ਹਾਂ ਪਰਮੇਸ਼ਰ ਤੇਰੀ, ਤੇਰੀ ਬੰਦਗੀ ਕਰਨ ਵਾਲਾ ਭਗਤ, ਉਹਨਾਂ ਨੂੰ ਨਹੀਂ ਦਿਖਦਾ। ਇਸੇ ਪ੍ਰਕਾਰ ਹੀ ਮਹਾਰਾਜ ਮੈਂ ਤੇ ਬੜਾ ਸੁਣਿਆ, ਕਹਿੰਦੇ ਨੇੜੇ ਰਹਿੰਦਾ ਹੈ ਪਰ ਵੇਖਦੀ ਨਹੀਂ ਹਾਂ। ਸਗੋਂ ਨਾ ਭਰਮ ਭਰਮ ਵਿੱਚ ਪੈ ਕੇ ਐਸੀ ਭਟਕ ਗਈ ਆ ਵੀ ਦੁੱਖਾਂ ਵਿੱਚ ਭਰ ਗਈ। ਮਤਲਬ ਇੰਨੇ ਸਾਧਨ ਕਰ ਕਰਕੇ ਭਰਮ ਗਏ ਆ ਵੀ ਰੱਬ ਦੇ ਕਿਤੇ ਹੈ ਹੀ ਨਹੀਂ। ਇੰਨੇ ਸਾਧਨ ਕਰੀਦੇ ਆ, ਇੰਨੇ ਤਪ ਕੀਤੇ, ਇੰਨੇ ਜਲ ਧਾਰਾ ਕੀਤੀਆਂ, ਯੋਗ ਅਭਿਆਸ ਕੀਤੇ ਤੇ ਵਰਤ ਰੱਖੇ, ਨੇਮ ਰੱਖੇ, ਨਿਯਮ ਰੱਖੇ, ਭਰਮ ਭਰਮ ਵਿੱਚ ਪੈ ਕੇ ਮੈਂ ਤੇ ਦੁੱਖ 'ਚ ਭਰ ਗਈ। ਪਰਮੇਸ਼ਰ ਕਿਤੇ ਦਿਖਦਾ ਹੀ ਨਹੀਂ। ਸੁਣੀ ਜਾ ਰਹੀ ਆ ਵੀ ਨੇੜੇ ਰਹਿੰਦਾ ਹੈ। ਇਸੇ ਪ੍ਰਕਾਰ ਫਰਮਾਉਂਦੇ ਹਨ, ਨਿਕਟ ਸੁਣੋ ਅਰ ਪੇਖੋ ਨਾਹੀ, ਵੀ ਨੇੜੇ ਤੇ ਸੁਣਦੀ ਪਰ ਮੈਂ ਵੇਖਦੀ ਨਹੀਂ ਆ। ਕਿਉਂ ਨਹੀਂ ਵੇਖਦੀ? ਕਿਉਂਕਿ ਮੈਂ ਵਿਸ਼ਿਆਂ ਵਿੱਚ ਹੀ ਭਰਮੀ ਗਈ। ਮੈਨੂੰ ਤੇ ਵਿਸ਼ਿਆਂ ਨੇ ਖਾ ਲਿਆ। ਅੱਖਾਂ ਨਾਲ ਪਰਾਇਆ ਰੂਪ ਦੇਖਦੀ ਹਾਂ ਮੈਂ, ਜੀ ਰੂਪੀ ਇਸਤਰੀ ਕਹਿੰਦੀ। ਕੰਨਾਂ ਨਾਲ ਮੈਂ ਮਾੜਾ ਸੁਣਦੀ, ਨਿੰਦਿਆ ਸੁਣ ਕੇ ਕਿਸੇ ਦਾ ਅਪਮਾਨ ਹੋਵੇ ਫਿਰ ਮੈਨੂੰ ਖੁਸ਼ੀ ਹੁੰਦੀ ਕਿਤੇ। ਇਹ ਰਸਨਾ ਨਾਲ ਮੈਂ ਚੰਗੇ ਚੋਖੇ ਖਾਣਾ ਚਾਹੁੰਦੀ ਹਾਂ। ਇਹ ਨੱਕ ਨਾਲ ਮੈਂ ਚੰਗੀਆਂ ਸੁਗੰਧੀਆਂ ਲੈਣਾ ਚਾਹੁੰਦੀ ਹਾਂ। ਸਰੀਰ ਨਾਲ ਮੈਂ ਵਨ ਸਮੰਨੇ ਰੇਸ਼ਮੀ ਕੱਪੜਿਆਂ ਨਾਲ ਸਪਰਸ਼ ਕਰਨਾ ਚਾਹੁੰਦੀ ਹਾਂ। ਇਹ ਵਿਸ਼ਿਆਂ ਵਿੱਚ ਭਰਮ ਗਈ ਆ। ਉਹ ਭਰਮ ਕਰਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣ ਦੀ ਤੇ ਦੁੱਖ ਵਿੱਚ ਭਰ ਗਈ ਆ। ਹੇ ਪਰਮੇਸ਼ਰ, ਮੇਰੀ ਤੇ ਇਹੋ ਜਿਹੀ ਹਾਲਤ ਹੋ ਗਈ ਹੈ, ਜਿਸ ਪ੍ਰਕਾਰ ਤੋਤਾ ਪਿੰਜਰੇ ਵਿੱਚ ਕੈਦ ਕੀਤਾ ਹੁੰਦਾ ਨਾ, ਤੇ ਉਹ ਤੋਤਾ ਕਦੀ ਚੁੰਝ ਬਾਹਰ ਕੱਢਦਾ ਛੇਕਾਂ ਦੇ ਰਾਹੀਂ ਪਿੰਜਰੇ ਦੇ, ਕਦੀ ਉਹ ਆਪਣੇ ਜਿਹੜਾ ਹੈ ਪਹੁੰਚੇ ਨੂੰ ਬਾਹਰ ਕੱਢਦਾ। ਪਹੁੰਚੇ ਕੱਢਿਆ ਬਾਹਰ ਨਹੀਂ ਛੁੱਟ ਸਕਦਾ ਤੋਤਾ।
ਚੁੰਝ ਬਾਹਰ ਕੱਢਿਆ ਤੋਤਾ ਨਹੀਂ ਛੁੱਟ ਸਕਦਾ, ਪਰ ਉਹਦਾ ਇੱਕ ਭਰਮ ਹੀ ਹੈ। ਇਸੇ ਪ੍ਰਕਾਰ ਇਹ ਸਾਧ ਸੰਗਤ ਜੀ ਜਿਹੜਾ ਸਰੀਰ ਸਾਡਾ ਇਹ ਇੱਕ ਪਿੰਜਰਾ ਹੈ, ਇਹਦੇ ਵਿੱਚ ਜੀਵ ਰੂਪੀ ਜਿਹੜਾ ਹੈ ਤੋਤਾ ਫਸਿਆ ਹੋਇਆ ਹੈ। ਉਹ ਇਹੋ ਜਿਹਾ ਫਸ ਗਿਆ ਜਿਹਨੂੰ 5 ਵਿਸ਼ੇ ਲੱਗ ਗਏ। ਇਹ ਜਿਹੜਾ ਹੈ ਬਿਰਤੀ ਨਾ ਸਾਡੀ, ਇਹ ਬਿਰਤੀ ਰੂਪੀ ਚੁੰਝ ਕਦੀ ਅੱਖਾਂ ਰਾਹੀਂ ਬਾਹਰ ਨਿਕਲਦੀ ਹੈ ਪਰਾਇਆ ਰੂਪ ਵੇਖਣ ਨੂੰ, ਮਾੜਾ ਵੇਖਣ ਨੂੰ। ਇਹ ਕੰਨ ਜਿਹੜੇ ਆ ਗੀਤ ਸੁਣਦੇ ਆ, ਇਹ ਜਿਹੜੀ ਚੁੰਝ ਹੈ ਨਾ ਕੰਨ ਦੇ ਰਾਹੀਂ ਨਿਕਲਦੀ ਹੈ ਬਿਰਤੀ ਰੂਪੀ। ਇਹ ਗੀਤ ਸੁਣਦੇ, ਦੂਜਿਆਂ ਦਾ ਅਪਮਾਨ ਸੁਣਦੇ, ਇਹ ਨਿੰਦਿਆ ਸੁਣਦੇ, ਇਹ ਨੱਕ ਸੁਗੰਧੀਆਂ ਲੈਂਦੇ, ਬਿਰਤੀਆਂ ਰੂਪੀ ਚੁੰਝਾਂ ਨਿਕਲਦੀਆਂ। ਇਸੇ ਪ੍ਰਕਾਰ ਜਿਹੜੇ ਪਹੁੰਚੇ ਮਨ ਅਤੇ ਬੁੱਧ ਇਹ ਪਹੁੰਚੇ ਹੈ ਇਹ ਸਰੀਰ ਰੂਪੀ ਤੋਤੇ ਦੇ। ਕਿੱਦਾਂ ਇਹ ਮਨ ਨੂੰ ਤੇ ਚਾਹੀਦਾ ਸੀ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਦਾ ਕੰਮ ਹੈ ਪਰਮੇਸ਼ਰ ਦੀ ਬੰਦਗੀ ਕਰਨੀ, ਉਹ 'ਚ ਅਭੇਦ ਹੋ ਜਾਣਾ, ਸੰਕਲਪ ਵਿਕਲਪ ਖਤਮ ਕਰ ਦੇਣਾ। ਪਰ ਇਹ ਮਨ ਕੀ ਆ? ਮਨ ਹਮੇਸ਼ਾ ਮਨਮਤੀ ਕਰਦਾ। ਇਹ ਬੁੱਧੀ ਕੀ ਆ? ਇਹਨੂੰ ਚਾਹੀਦਾ ਸੀ ਸਹੀ ਨਿਰਣਾ ਕਰਦੀ। ਇਹ ਮਨ ਬੁੱਧ ਰੂਪੀ ਜਿਹੜੇ ਪਹੁੰਚੇ ਹੈ ਨਾ, ਇਹ ਸਾਧ ਸੰਗਤਾਂ ਦੇ ਮਨ ਹੀ ਟਿਕਦਾ ਪਰਮੇਸ਼ਰ ਦੀ ਬੰਦਗੀ 'ਚ, ਨਾ ਬੁੱਧੀ ਸਹੀ ਨਿਰਣਾ ਕਰਦੀ ਏ। ਇਹ ਪਹੁੰਚੇ ਸਾਰੇ ਦੋਵੇਂ ਪਹੁੰਚੇ ਜਿਹੜੇ ਆ ਨਾ ਇਹ ਜੀਵ ਰੂਪੀ ਤੋਤੇ ਦੇ। ਇਹ ਸਾਧ ਸੰਗਤ ਜੀ ਪਦਾਰਥਾਂ ਰੂਪੀ ਪਿੰਜਰੇ ਵਿੱਚ ਫਸੇ ਹੋਏ ਆ ਤੇ ਭਰਮ ਵਿੱਚ ਪੈ ਪੈ ਕੇ ਦੁੱਖਾਂ ਵਿੱਚ ਪੈ ਗਈ ਹੈ। ਇਹ ਜੀਵ ਰੂਪੀ ਤੋਤਾ ਕਿੱਥੋਂ ਛੁੱਟੇ ਹੈ ਦੱਸੋ? ਇਹ ਤਾਂ ਹੀ ਛੁੱਟੇ ਨਾ ਮਨ ਦਾ ਸੰਕਲਪ ਮਾਰ ਦੇਵੇ, ਬੁੱਧੀ ਦੇ ਨਾਲ ਨਿਰਣਾ ਬੰਦਗੀ ਦਾ ਕਰੇ, ਜੋ ਗੁਰੂ ਦਾ ਉਪਦੇਸ਼ ਹੈ ਉਹ ਨਿਰਣੇ ਕਰੇ ਤੇ ਇਹਦਾ ਭਲਾ ਹੋ ਸਕਦਾ ਹੈ। ਹੇ ਪਰਮੇਸ਼ਰ ਨੇੜੇ ਤੇ ਸੁਣਦੀ ਆ ਤੇ ਅੱਖਾਂ ਨਾਲ ਪਰ ਮੈਨੂੰ ਦਿਖਦਾ ਨਹੀਂ ਹੈ, ਕਿਉਂਕਿ ਮੈਂ ਵਿਸ਼ਿਆਂ ਵਿੱਚ ਭਰਮ ਭਰਮ ਕੇ ਦੁੱਖ ਨਾਲ ਭਰੀ ਪਈ ਹਾਂ। ਜੇ ਤੁਸੀਂ ਆਪ ਕਿਤੇ ਕਿਰਪਾ ਹੋ ਕਰ ਦਿਓ, ਕਿਉਂਕਿ ਤੁਸੀਂ ਦਿਆਲੂ ਕਿਰਪਾਲੂ ਹੋ ਪਰਮੇਸ਼ਰ। ਹੇ ਪਰਮੇਸ਼ਰ ਕਿੰਨਿਆਂ ਤੇ ਕਿਰਪਾਲਤਾ ਕੀਤੀ ਹੈ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ। ਇਹ ਗੁਰੂ ਰੂਪੀ ਹੋ ਕੇ ਕਿਰਪਾਲਤਾ ਕਰ ਦਿਓ। ਜੇ ਕਿਰਪਾਲੂ ਹੋ ਜਾਏ ਤੇ ਗੁਰ ਲਾਹੇ ਪਾਰ ਦਿਓ। ਹੇ ਗੁਰੂ ਮਹਾਰਾਜ ਮੇਰੇ ਸਿਰ ਤੇ ਜਿਹੜਾ ਪੜਦਾ ਪਿਆ ਨਾ ਹਉਮੈ ਦਾ, ਇਹ ਲਾ ਦਿਓ ਪੜਦਾ। ਇਹ ਹਉਮੈ ਜਿਹੜੀ ਮਾਰ ਰਹੀ ਹੈ ਸਾਨੂੰ, ਇਹ ਜਿਹੜਾ ਪੜਦਾ ਨਾ ਭਰਮ ਦਾ, ਭਰਮ ਕੇ ਪਰਦੇ ਸਤਿਗੁਰੂ ਖੋਲੇ, ਇਹ ਮਾਰੇ ਪੜਦਾ ਖੋਲ ਦਿਓ। ਹਉਮੈ ਦਾ ਪੜਦਾ ਲਾ ਦਿਓ, ਕਿਉਂਕਿ ਤੁਹਾਡੇ ਬਚਨ ਹੈ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇਕਠਾਏ। ਇਹ ਜਿੱਥੇ ਹੰਕਾਰ ਹੈ ਉੱਥੇ ਪਰਮੇਸ਼ਰ ਦਾ ਨਾਮ ਕਦੀ ਵਾਸ ਹੀ ਨਹੀਂ ਸਕਦਾ। ਜਿਸ ਭਾਂਡੇ 'ਚ ਲੱਸੀ ਹੈ ਉੱਥੇ ਦੁੱਧ ਕਿੱਥੇ ਰਹਿ ਸਕਦਾ ਹੈ? ਇਹ ਜਿੱਥੇ ਹਿਰਦੇ ਵਿੱਚ ਵਿਕਾਰਾਂ ਰੂਪੀ ਮੈਲ ਹੈ ਸਾਧ ਸੰਗਤ ਜੀ, ਉੱਥੇ ਨਾਮ ਕਿੱਥੇ ਰਹਿ ਸਕਦਾ? ਇਹ ਵਿਰੋਧ ਹੈ। ਜਿੱਥੇ ਦਿਨ ਉੱਥੇ ਰਾਤ ਨਹੀਂ ਕਦੀ ਹੋ ਸਕਦੀ। ਇਹ ਹਨੇਰੇ ਦਾ ਚਾਨਣ ਨਾਲ ਪ੍ਰਕਾਸ਼ ਨਾਲ ਵਿਰੋਧ ਹੈ। ਇਸੇ ਤਰ੍ਹਾਂ ਨਾਮ ਦਾ ਸਾਧ ਸੰਗਤ ਜੀ ਹਉਮੈ ਨਾਲ ਵਿਰੋਧ। ਤੇ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਜਦੋਂ ਹੰਕਾਰ ਵਿੱਚ ਗੁਰੂ ਦੀ ਸੇਵਾ ਹੀ ਨਹੀਂ ਕਰਨੀ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਜੇ ਆਪਾਂ ਭਾਵ ਗਵਾਵਾਂਗੇ, ਸੇਵਾ ਕਰਾਂਗੇ, ਗੁਰੂ ਘਰ ਮਾਣ ਪਾਵਾਂਗੇ। ਜਦੋਂ ਮਾਣ ਹੀ ਨਹੀਂ ਜਾਣ ਡਿਆ ਤੇ ਸਾਧ ਸੰਗਤ ਜੀ ਉਹ ਪੜਦਾ ਕਿੱਥੋਂ ਲੱਥੇ? ਹੇ ਪਰਮੇਸ਼ਰ ਗੁਰੂ ਰੂਪੀ ਹੋ ਕੇ ਕਿਰਪਾਲਤਾ ਕਰ ਦਿਓ। ਜੇ ਤੁਸੀਂ ਕਿਰਪਾਲੂ ਹੋ ਜਾਓ ਤੇ ਮੇਰੇ ਅੰਦਰੋਂ ਹਉਮੈ ਦਾ ਪਰਦਾ ਲੱਥ ਜਾਵੇ, ਕਿਉਂਕਿ ਮੈਂ ਸੁਣਿਆ ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ। ਹੰਕਾਰ ਦੇ ਨਾਲ ਕਿਸੇ ਗੁਰੂ ਦੇ ਸਿੱਖ ਦਾ ਹੁਕਮ ਨਹੀਂ ਬੁੱਝਿਆ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ। ਜਦੋਂ ਹਉਮੈ ਦਾ ਪਰਦਾ ਲੱਥ ਜੂਗਾ, ਜਦੋਂ ਹੰਕਾਰ ਨਿਵਰਤ ਹੋ ਜੂਗਾ, ਭਰਮ ਦਾ ਪਰਦਾ ਲੱਥ ਜੂਗਾ, ਤਾਂ ਮੈਂ ਪਰਮੇਸ਼ਰ ਜਿਹੜਾ ਮਨ ਨੂੰ ਚਰਾਉਣ ਵਾਲਾ ਮੋਹਨ ਪਰਮਾਤਮਾ ਮਨੋਹਰ ਹੈ ਨਾ, ਉਹ ਮੈਨੂੰ ਮਿਲ ਜਾਊਗਾ ਲਾਲ ਪਿਆਰਾ। ਮੇਰੇ ਤੇ ਵੀ ਕਿਰਪਾ ਕਰ ਦਿਓ ਕਿ ਇਹੋ ਜੀ ਮੇਰੀ ਅਵਸਥਾ ਹੋ ਜਾਏ, ਇੱਕ ਨਿਮਕ ਵੀ ਜੇ ਮਹਾਰਾਜ ਤੁਸੀਂ ਮੇਰੇ ਤੋਂ ਵਿਸਰ ਜਾਓ। ਇਹੋ ਜੀ ਹਾਲਤ ਹੋ ਜੇ ਮੈਂ ਤੇ ਇਸ ਤਰ੍ਹਾਂ ਜਾਣਾ ਵੀ ਮੈਨੂੰ ਕਰੋੜਾਂ ਹੀ ਦਿਨ ਬੀਤ ਗਏ ਆ, ਮੇਰੇ ਤੇ ਲੱਖ ਵਰੇ ਲੰਘ ਗਏ ਪਰਮੇਸ਼ਰ ਦੇ ਨਾਮ ਤੋਂ ਵਿਸਰਿਆ ਹੋਇਆ। ਜੇ ਕਿਤੇ ਨਿਮਖ ਮਾਤਰ ਵੀ, ਨਿਮਖ ਕਿਤੇ ਕਿੰਨਾ ਕੁ ਹੁੰਦਾ, ਪਿੱਪਲ ਦਾ ਪੱਤਾ ਜਿਹੜਾ ਬੜਾ ਕੋਮਲ ਨਾ ਚੋਟੀ ਦਾ, ਉਸ ਉੱਪਰ ਜੇ ਕੰਡਾ ਮਾਰੀ ਦਾ ਜਿੰਨਾ ਸਮਾਂ ਲੱਗਦਾ ਇੰਨਾ ਸਮਾਂ ਨਿਮਖ ਹੈ।
ਜਾਂ ਆਖਦੇ ਝਮੱਕੇ ਨੂੰ ਨਿਮਕ ਮੰਨ ਲਓ, ਉਹਨੂੰ ਛਿਨ ਕਹਿ ਦੇਈਦਾ, ਨਿਮਕ ਇੰਨਾ ਕੁ ਭੇਦ ਹੀ ਹੈ। ਇੰਨਾ ਸਮਾਂ ਹੈ ਪਰਮੇਸ਼ਰ, ਜੇ ਮੈਂ ਇੰਨਾ ਸਮਾਂ ਵੀ ਵਿਸਰ ਜਾਵਾਂ ਤੇ ਮੈਨੂੰ ਲੱਗੇ ਮੈਂ ਤੇ ਕਰੋੜਾਂ ਦਿਨ ਹੀ ਪਰਮੇਸ਼ਰ ਨੂੰ ਭੁਲਾ ਦਿੱਤਾ, ਮੈਂ ਤੇ ਲੱਖ ਵਰੇ ਹੋ ਗਏ ਕਿਤੇ ਬੰਦਗੀ ਨਹੀਂ ਕੀਤੀ। ਇਹੋ ਜਿਹੀ ਅਵਸਥਾ ਬਣਾ ਦਿਓ ਮੇਰੀ। ਇਹ ਅਵਸਥਾ ਤਾਂ ਹੀ ਬਣ ਸਕਦੀ ਹੈ ਸੰਗਤ ਕੀ ਭੀੜ ਜੋ ਪਾਈ, ਜਦੋਂ ਸਾਧ ਸੰਗਤ ਦੀ ਭੀੜ ਪਾਈ। ਭੀੜ ਕਹੀਏ ਸਾਧ ਸੰਗਤ ਦਾ, ਸਾਧ ਸੰਗਤ ਜਦੋਂ ਸਾਥ ਪਾਇਆ, ਜਦੋਂ ਸਾਧ ਸੰਗਤ ਦੀ ਭੀੜ ਕਹੀਏ ਸੰਗ ਪਾਇਆ। ਆ ਜਿਹੜੀ ਹੁਣ ਆਪ ਜੀ ਕਰ ਰਹੇ ਹੋ, ਇਹ ਸਾਧ ਸੰਗਤ ਹੈ। ਇਹ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਜਦੋਂ ਸੰਗਤ ਪਾਈਏ ਤਾਂ ਸਾਧ ਸੰਗਤ ਦੀ ਭਲਾ ਹੁੰਦਾ। ਇਹ ਸਾਧ ਸੰਗਤ ਗੁਰੂ ਮਹਾਰਾਜ ਜੀ ਦੇ ਬਚਨ ਹੈ, ਖੋਜਿਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਕੋਈ ਕਿੰਨੀ ਬੰਦਗੀ ਕਰ ਲੇ, ਕੋਈ ਆਪਣੇ ਆਪ ਨੂੰ ਕਿੱਡਾ ਅਭਿਆਸੀ ਅਖਵਾਲੇ, ਕਿੱਡਾ ਆਪਣੇ ਆਪ ਨੂੰ ਤਪੀਆ ਅਖਵਾਲੇ, ਪਰ ਭਾਈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸੀਂ ਤੇ ਸੋਧ ਕੇ ਵੇਖਿਆ, ਅਸੀਂ ਤੇ ਵਿਚਾਰ ਕੇ ਵੇਖਿਆ, ਭਾਲ ਕੇ ਵੇਖਿਆ ਕਿ ਸਾਧ ਸੰਗਤ ਬਿਨ ਤਰਿਓ ਨਾ ਕੋਈ। ਸਾਧੂ ਦੀ ਸੰਗਤ ਬਿਨਾਂ ਕੋਈ ਤਰਿਆ। ਇਹ ਸਾਧੂ ਦੀ ਸੰਗਤ ਭਾਈ ਕਰਨੀ ਚਾਹੀਦੀ। ਜੇ ਤੁਹਾਨੂੰ ਕੋਈ ਨਹੀਂ ਸਾਧੂ ਲੱਭਦਾ, ਆਖੋ ਵੀ ਕਾਲਯੁਗ ਸਾਨੂੰ ਕੋਈ ਸਾਧੂ ਨਹੀਂ ਦਿਖਦਾ, ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕਿਹੜਾ ਸਾਧੂ? ਸਤਿਗੁਰੂ ਮਹਾਰਾਜ ਦੀ ਸ਼ਰਨ ਆਓ। ਜਿਨ੍ਹਾਂ ਨੇ ਸਾਧ ਸੰਗਤ ਦੀ ਸੰਗ ਪਾਇਆ ਹੈ, ਉਹ ਸਾਧ ਸੰਗਤ ਦੀ ਮੁਕਤ ਹੋ ਗਏ। ਕਿਉਂ? ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਜੀ ਬਚਨ ਲਿਖਦੇ ਹੈ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਹੇ ਮਿੱਤਰੋ ਸੁਣੋ, ਇਹ ਸਾਧੂ ਦੀ ਬੜੀ ਤਗੜੀ ਕਥਾ ਹੈ। ਹੇ ਮਹਾਰਾਜ, ਉਹ ਕਥਾ ਕੀ ਹੈ? ਗੁਰੂ ਸਾਹਿਬ ਕਹਿੰਦੇ, ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟਿਆ ਅਭਿਮਾਨ, ਸਾਧਕ ਸੰਗ ਪ੍ਰਗਟੇ ਸੋ ਗਿਆਨ, ਸਾਧਕ ਸੰਗ ਬੁੱਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧਕ ਸੰਗ ਏਕ ਉਪਰ ਰਤਨ। ਸਾਧਕੀ ਇਹ ਐਡੀ ਵੱਡੀ ਗੱਲ ਹੈ ਸਾਧੂ ਦੀ। ਤੇ ਸਾਧਕੇ ਸੰਗ ਅਗੋਚਰ ਮਿਲੇ, ਜਿਹਨੂੰ ਤੁਸੀਂ ਕਹਿੰਦੇ ਨਾ ਵੀ ਅਸੀਂ ਸੁਣਦੇ ਤੇ ਜ਼ਰੂਰ ਹੈ ਪਰਮੇਸ਼ਰ ਬਾਰੇ, ਉਹ ਕਹਿੰਦੇ ਥਾਂ ਥਾਂ ਵਸਦਾ ਪਰ ਦੇਖਦੇ ਨਹੀਂ ਹੈ। ਉਹ ਅਗੋਚਰ ਹੈ, ਜਿਹੜਾ ਇੰਦਰੀਆਂ ਦੇ ਵਿਸ਼ੇ ਤੋਂ ਹੀ ਪਰੇ। ਨੇਤਰਾਂ ਨਾਲ ਵੇਖਿਆ ਨਹੀਂ ਜਾ ਸਕਦਾ, ਕੰਨਾਂ ਨਾਲ ਸ਼ਬਦ ਰਾਹੀਂ ਗ੍ਰਹਿਣ ਨਹੀਂ ਕੀਤਾ ਜਾ ਸਕਦਾ, ਚਮੜੀ ਨਾਲ ਸਪਰਸ਼ ਨਹੀਂ ਕੀਤਾ ਜਾ ਸਕਦਾ, ਨੱਕ ਰਾਹੀਂ ਆਪਾਂ ਸੁਗੰਧੀ ਨਹੀਂ ਲੈ ਸਕਦੇ। ਉਹ ਪਰਮੇਸ਼ਰ ਉਹ ਐਸਾ ਅਗੋਚਰ ਹੈ। ਉਹ ਮਿਲਦਾ ਕਿੱਥੇ ਹੈ? ਸਾਧ ਕੇ ਸੰਗ ਅਗੋਚਰ ਮਿਲਿਆ। ਇਸ ਕਰਕੇ ਸਾਧ ਸੰਗਤ ਦੀ ਜਦੋਂ ਤੁਸੀਂ ਸੰਗ ਪਾਓਗੇ ਤੇ ਤੁਸੀਂ ਭਾਈ ਫਿਰ ਪਰਮੇਸ਼ਰ ਨੂੰ ਮਿਲ ਸਕਦੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹਨ, ਨਾਨਕ ਹਰ ਸੰਗ ਮੇਰੀਆ। ਉਹ ਪੁੱਛਿਆ ਗਿਆ ਵੀ ਜਦੋਂ ਵੀ ਤੂੰ ਪਰਮੇਸ਼ਰ ਨੂੰ ਹੈ ਸੰਤੋ ਮਹਾਤਮਾ ਰੂਪੀ ਸਖੀ ਉਹ ਕਦੋਂ ਮਿਲੇ ਹੈ? ਉਹ ਜਗਿਆਸੂ ਰੂਪ ਇਸਤਰੀਆਂ ਕਹਿਣ ਲੱਗੀਆਂ, ਬੰਦਗੀ ਵਾਲੀਆਂ, ਹੈ ਪਰਮੇਸ਼ਰ ਜਦੋਂ ਹੀ ਸਾਧੂ ਦੀ ਸੰਗਤ ਕੀਤੀ ਨਾ, ਸੰਗ ਪਾਇਆ ਪੂਰਨ ਸਾਧੂਆਂ ਦਾ, ਸੰਤਾਂ ਦਾ, ਮਹਾਂਪੁਰਸ਼ਾਂ ਦਾ, ਬੰਦਗੀ ਵਾਲਿਆਂ ਦਾ, ਤੇ ਤਾਂ ਹੀ ਉਹ ਹਰੀ ਪਰਮੇਸ਼ਰ ਦੇ ਨਾਲ ਮਿਲੀਆਂ। ਜਿਹੜਾ ਦੁੱਖਾਂ ਨੂੰ ਕੱਟ ਕੇ ਸੁੱਖਾਂ ਵਿੱਚ ਹਰਿਆਂ ਭਰਿਆਂ ਕਰ ਦੇਣ ਵਾਲਾ, ਉਹ ਪਰਮੇਸ਼ਰ ਸਾਨੂੰ ਤਾਂ ਮਿਲਿਆ। ਜਿਸ ਪ੍ਰਕਾਰ ਇੱਕ ਸਾਖੀ ਹੁੰਦੀ ਛੋਟੀ ਜੀ, ਇੱਕ ਸਾਧ ਸੰਗਤ ਜੀ ਨਗਰ ਵਿੱਚ ਦੋ ਭਰਾ ਵਸਦੇ ਸਗੇ, ਤੇ ਉਹਨਾਂ ਦਾ ਬੜਾ ਸ਼ਾਹੂਕਾਰਾ ਚੱਲਦਾ, ਬੜੇ ਸ਼ਾਹੂਕਾਰ। ਆਪ ਜੀ ਨੂੰ ਪਤਾ ਹੈ ਸੰਸਾਰੀ ਜੀਵਾਂ ਦੀ ਬਿਰਤੀ ਹੈ ਵੀ ਜਦੋਂ ਸ਼ਾਹੂਕਾਰਪਣਾ ਚੱਲੇ ਨਾ, ਜਦੋਂ ਥੋੜੀ ਮਾਇਆ ਆ ਜੇ, ਉਦੋਂ ਦਾਦ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾ ਹੀ ਮਰਨ ਵਿਚਾਰ। ਉਦੋਂ ਪਰਮੇਸ਼ਰ ਦੇ ਦਾਦ ਵਾਲਾ ਭੁੱਲ ਜਾਂਦਾ, ਦੇਣ ਵਾਲਾ, ਦਾਦ ਪਿਆਰੀ ਹੋ ਜਾਂਦੀ। ਇਹੋ ਜਿਹੀ ਘਟਨਾ ਵਾਪਰੀ। ਉਹ ਦੋ ਭਰਾਵਾਂ ਵਿੱਚੋਂ ਇੱਕ ਤੇ ਜਮਾ ਹੀ ਨਾਸਤਕ ਹੀ ਹੋ ਗਿਆ ਮਾਇਆ ਨੂੰ ਵੇਖ ਕੇ, ਬਿਲਕੁਲ ਹੀ ਪਰਮੇਸ਼ਰ ਨੂੰ ਭੁਲਾ ਦਿੱਤਾ। ਰੱਬ ਹੁੰਦਾ ਹੈ ਕੀ? ਨਾ ਕੋਈ ਸੰਤ ਮੰਨੇ, ਨਾ ਕੋਈ ਸਾਧੂ ਨੂੰ ਮੰਨੇ। ਤੇ ਇੱਕ ਉਹਦਾ ਭਰਾ ਜਿਹੜਾ ਉਹ ਬੜਾ ਆਸਤਕ ਮਾਇਆ ਵਿੱਚ ਰਹਿ ਕੇ ਨਿਰਲੇਪ ਸਾਧੂ ਸੰਤਾਂ ਦੀ ਸੰਗਤ ਕਰਦਾ, ਜਿਸ ਕਰਕੇ ਉਹ ਸੰਗਤ ਵਿੱਚ ਜਾਇਆ ਕਰੇ। ਇਸੇ ਨਗਰ ਵਿੱਚ ਹੀ ਇੱਕ ਸੰਤ ਮਹਾਤਮਾ ਸਾਧੂ ਪੂਰਨ ਆ ਗਏ, ਬ੍ਰਹਮ ਬੇਤੇ, ਤਤ ਬੇਤੇ, ਬੰਦਗੀ ਵਾਲੇ। ਉਹ ਆਣ ਪਹੁੰਚੇ, ਡੇਰਾ ਲਾ ਲਿਆ। ਜੋ ਜੀਵਾਂ ਦਾ ਭਲਾ ਕਰਨ ਵਾਸਤੇ ਸਾਧ ਸੰਗਤ ਜੀ ਪਿੰਡੋ ਪਿੰਡੀ ਵਿਚਰ ਰਹੇ ਸਨ, ਜਿਵੇਂ ਗੁਰੂ ਨਾਨਕ ਸਾਹਿਬ ਜੀ ਵਿਚਰਦੇ ਰਹੇ ਹੈ। ਉਹ ਮਹਾਤਮਾ ਜੀ ਆ ਪਹੁੰਚੇ
ਤੇ ਜਿਵੇਂ ਮਿੱਠੇ ਕੋਲ ਕੀੜੀਆਂ ਆਪਣੇ ਆ ਵੀ ਆ ਜਾਂਦੀ ਨੇ, ਦੱਸਣਾ ਨਹੀਂ ਪੈਂਦਾ। ਇਸੇ ਤਰ੍ਹਾਂ ਸੰਗਤ ਜਿਹੜੀ ਆ ਉਹ ਢੁੱਕ ਢੁੱਕ ਕੇ ਮਹਾਂਪੁਰਸ਼ਾਂ ਕੋ ਆਇਆ ਕਰੇ। ਉਹ ਸੰਤਾਂ ਦੀ ਕਥਾ 'ਚ ਵੀ ਬੜਾ ਰਸ, ਸੰਗਤ ਦਾ ਬੜਾ ਉੱਥੇ ਤਾਤਾ ਲੱਗਿਆ ਰਿਹਾ ਕਰ। ਤੇ ਮਹਾਂਪੁਰਸ਼ਾਂ ਨੇ ਕਿਹਾ ਭਾਈ ਸੰਗਤ ਪਰਮੇਸ਼ਰ ਦੀ ਕਰੋ, ਇਹ ਸੰਗਤ ਨਾਲ ਹੀ ਜਿਹੜਾ ਹੈ ਪਾਰ ਉਤਾਰਾ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜਾਇਆ ਜਾ ਸਕਦਾ ਹੈ। ਤੁਸੀਂ ਭਾਈ ਵੱਧ ਤੋਂ ਵੱਧ ਸੰਗਤ ਕਰੋ, ਜਿੰਨੇ ਜਣੀ ਹੈਗੇ ਆ ਕਥਾ ਸਰਵਣ ਕਰਿਆ ਕਰੋ। ਸਭ ਤੋਂ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਸੁਣ ਕੇ ਸਾਰੇ ਦਰਦ ਦੁੱਖ ਲੱਥ ਜਾਂਦੇ। ਉਹ ਸੁਣ ਕੇ ਸੰਗਤ ਨੂੰ ਪ੍ਰੇਰਿਆ, ਸੰਗਤ ਬੜੀ ਆਇਆ ਕਰੇ। ਬਹੁਤ ਸੰਗਤ ਦੀ ਭੀੜ, ਲੰਗਰ ਪ੍ਰਸ਼ਾਦੇ ਚੱਲਿਆ ਕਰਨ। ਇੱਕ ਦਿਨ ਮਹਾਂਪੁਰਸ਼ਾਂ ਨੇ ਕਿਹਾ ਭਾਈ ਕੋਈ ਨਗਰ 'ਚ ਕੋਈ ਪੁਰਸ਼ ਨਹੀਂ ਰਹਿ ਗਿਆ ਜਿਹੜਾ ਇੱਥੇ ਆਇਆ ਨਾ ਹੋਵੇ ਸੰਗਤ ਵਿੱਚ। ਵਿੱਚੋਂ ਕੁਝ ਬੋਲੇ, ਮਹਾਂਪੁਰਸ਼ੋ ਇੱਕ ਇਹੋ ਜਿਹੀ ਰੂਹ ਹੈਗੀ ਹੈ ਭੈੜੀ ਇਸ ਨਗਰ 'ਚ, ਉਹ ਨਾ ਕਿ ਸੰਤ ਨੂੰ ਮੰਨਦਾ, ਨਾ ਕਿ ਸਾਧੂ ਨੂੰ ਮੰਨਦਾ, ਨਾ ਕਿਸੇ ਗੁਰੂ ਪੀਰ ਨੂੰ ਹੀ ਮੰਨਦਾ, ਉਹ ਨਹੀਂ ਜੇ ਆਇਆ। ਗੁਰੂ ਸਾਹਿਬ ਉਹ ਕਹਿੰਦੇ ਮਹਾਤਮਾ ਭਾਈ ਉਹ ਕੌਣ ਹੈ? ਕਹਿੰਦੇ ਮਹਾਂਪੁਰਸ਼ੋ ਆ ਜਿਹੜਾ ਬੈਠਾ ਨਾ ਤੁਹਾਡੇ ਲਾਗੇ ਸ਼ਾਹੂਕਾਰੇ ਦਾ ਭਰਾ ਹੀ ਆ, ਉਹ ਹੀ ਨਹੀਂ ਜੇ ਆਉਂਦਾ। ਮਹਾਂਪੁਰਸ਼ ਕਹਿੰਦੇ ਠੀਕ ਹੈ ਭਾਈ, ਉਹਨੂੰ ਕਿਆ ਕਰ ਆਇਆ ਕਰ। ਉਹ ਸ਼ਾਹੂਕਾਰ ਨੇ ਆਪਣੇ ਭਰਾ ਨੂੰ ਕਿਹਾ ਮਹਾਤਮਾ ਤੈਨੂੰ ਬੁਲਾਉਂਦੇ ਭਾਈ, ਆਇਆ ਕਰ, ਸੰਗਤ ਕਰਿਆ ਕਰ। ਕਹਿੰਦਾ ਮੈਂ ਤਾਂ ਨਹੀਂ ਜਾਂਦਾ, ਨਾ ਮੈਂ ਕਿਸੇ ਸੰਤ ਨੂੰ ਮੰਨਦਾ, ਮੈਂ ਨਹੀਂ ਕਿਸੇ ਨਾ ਸਾਧਾਂ ਨੂੰ ਮੈਂ ਮੰਨਦਾ ਮੁੰਦਾ। ਉਹ ਆਇਆ ਹੀ ਨਾ। ਤੇ ਉਹ ਮਹਾਂਪੁਰਸ਼ਾਂ ਨੇ ਇੱਕ ਦਿਨ ਆਪਣੇ ਜਿਹੜੇ ਸੇਵਕ ਉਹ ਵੀ ਭੇਜੇ, ਭਾਈ ਉਹਨੂੰ ਬੁਲਾ ਕੇ ਲਿਆਓ। ਪਰ ਭਾਗ ਜਿੰਨਾ ਚਿਰ ਨਹੀਂ ਜਾਗਦੇ ਉਹਨਾਂ ਚਿਰ ਬੰਦਾ ਕੁਝ ਨਹੀਂ ਕਰ ਸਕਦਾ। ਜਦੋਂ ਭਾਗ ਜਾਗਦੇ ਸਾਧ ਸੰਗਤ ਜਦੋਂ ਕੰਧਾਂ ਵੀ ਉਪਦੇਸ਼ ਕਰਦੀਆਂ ਬੰਦੇ ਨੂੰ ਭਾਈ ਇੱਧਰੋਂ ਸਿੱਖਿਆ ਲੈ ਲਾ, ਇੱਧਰੋਂ ਸਿੱਖਿਆ ਲੈ, ਤੇ ਉਹ ਨਹੀਂ ਆਇਆ। ਫਿਰ ਮਹਾਂਪੁਰਸ਼ਾਂ ਨੇ ਸੋਚਿਆ ਜਿੱਥੇ ਇੰਨਾ ਨਗਰ ਆਉਣ ਡਿਆ ਤਾਂ ਭਲਾ ਕਰਨਾ ਚਾਹੀਦਾ, ਕਿਉਂਕਿ ਸਾਧੂ ਤੇ ਹੁੰਦੇ ਪਰਉਪਕਾਰੀ ਗੁਰੂ ਪਿਆਰੇ। ਭਾਈ ਗੁਰਦਾਸ ਜੀ ਲਿਖਦੇ ਆ ਪਰਉਪਕਾਰ ਕਰਨ ਵਾਸਤੇ ਆਏ ਮਹਾਂਪੁਰਸ਼, ਕਹਿੰਦੇ ਸਾਨੂੰ ਉਹਨੂੰ ਬੁਲਾਉਣਾ ਚਾਹੀਦਾ। ਮਹਾਂਪੁਰਸ਼ਾਂ ਨੇ ਉਹ ਸ਼ਾਹੂਕਾਰ ਜਿਹੜਾ ਭਰਾ ਆਸਤਕ ਸੀ ਨਾ ਬੰਦਗੀ ਵਾਲਾ, ਉਹਨੂੰ ਉੱਦਾਂ ਹੀ ਮਨ ਦਾ ਪ੍ਰੇਰ ਦਿੱਤਾ। ਉਹ ਇੱਕ ਦਿਨ ਆਪੇ ਕਹਿੰਦਾ ਮਹਾਂਪੁਰਸ਼ੋ ਜਿੱਥੇ ਤੁਸੀਂ ਇੰਨਿਆਂ ਦੇ ਘਰ ਵਿੱਚ ਆ ਰਹੇ ਹੋ, ਸੰਗਤ ਕਰ ਰਹੇ ਹੈ, ਮੇਰੇ ਘਰ ਹੀ ਚਰਨ ਪਾਓ, ਘਰ ਪਵਿੱਤਰ ਹੋ ਜੂ, ਭੋਜਨ ਪ੍ਰਸ਼ਾਦਾ ਤੁਸੀਂ ਛਕੋ, ਨਾਲ ਸੰਗਤ ਛਕੇ, ਚਲੋ 4 ਚੰਨ ਲੱਗ ਜਾਣਗੇ ਸਾਡੇ ਘਰ ਵੀ। ਮਹਾਂਪੁਰਸ਼ ਕਹਿੰਦੇ ਭਾਈ ਠੀਕ ਹੈ, ਕਿੱਦਣ ਆਈਏ? ਉਹ ਸਮਾਂ ਨਿਯਤ ਕਰ ਲਿਆ, ਕਹਿੰਦੇ ਫਲਾਣੇ ਦਿਨ ਮਹਾਰਾਜ ਆਏ। ਸੰਤ ਉਹ ਦੱਸੇ ਹੋਏ ਦਿਨ ਵਾਲੇ ਚਲੇ ਗਏ, ਨਾਲ ਸੰਗਤ ਚਲੀ ਗਈ। ਸੰਗਤ ਨੇ ਫਿਰ ਭੋਜਨ ਪ੍ਰਸ਼ਾਦਾ ਛਕਿਆ, ਨਾਮ ਜਸ ਉਚਾਰਿਆ ਗਿਆ, ਸੰਤਾਂ ਨੇ ਵੀ ਛਕਿਆ। ਭੋਜਨ ਪ੍ਰਸ਼ਾਦਾ ਛਕ ਕੇ ਸੰਤਾਂ ਨੂੰ ਖਿਆਲ ਆਇਆ ਵੀ ਇਹਦਾ ਭਰਾ ਜਿਹੜਾ ਉਹ ਆਇਆ ਨਹੀਂ ਲੱਗਦਾ ਅੱਜ ਵੀ। ਕਹਿੰਦੇ ਭਾਈ ਸ਼ਾਹੂਕਾਰਾ ਤੇਰਾ ਭਰਾ ਲੱਗਦਾ ਨਹੀਂ ਆਇਆ ਅੱਜ ਵੀ। ਕਹਿੰਦੇ ਮਹਾਂਪੁਰਸ਼ ਉਹ ਨਹੀਂ ਆਇਆ। ਉਹਨੇ ਐਡੀ ਭੈੜੀ ਜਿਹੜੀ ਹੈ ਨਾ ਆਦਤ ਪਾਈ ਹੋਈ, ਉਹਨੇ ਤੇ ਸਹੁੰ ਖਾਦੀ ਹੋਈ ਵੀ ਦਰਸ਼ਨ ਵੀ ਨਹੀਂ ਕਰਨਾ। ਉਹਨੂੰ ਜਦੋਂ ਦਾ ਪਤਾ ਲੱਗਾ ਤੁਸੀਂ ਆਉਣਾ, ਉਹਦੇ ਇੱਕ ਕਮਰੇ 'ਚ ਵੜ ਕੇ ਬੈਠਾ, ਕਹਿੰਦਾ ਮੈਂ ਨਹੀਂ ਕਿਸੇ ਨੂੰ ਮਿਲਣਾ। ਮਹਾਂਪੁਰਸ਼ ਕਹਿੰਦੇ ਭਾਈ ਉਹਨੂੰ ਆਉਣਾ ਚਾਹੀਦਾ, ਵੇਖੋ ਘਰ 'ਚ ਹੀ ਗੰਗਾ ਆਈ ਹੈ, ਸੰਗਤ ਗੰਗਾ ਹੈ, ਤੇ ਉਹਨੂੰ ਲਾਭ ਉਠਾਉਣਾ ਚਾਹੀਦਾ। ਉਹ ਆ ਕੇ ਨਮਸਕਾਰਾਂ ਕਰੇ, ਇੱਥੇ ਮੱਥਾ ਟੇਕੇ, ਉਹਦਾ ਭਲਾ ਹੋ ਜਾਊਗਾ। ਕਹਿੰਦੇ ਮਹਾਂਪੁਰਸ਼ ਮੈਂ ਉਹਨੂੰ ਕੀ ਕਹਿ ਸਕਦਾ, ਉਹਦੇ ਆਉਂਦਾ ਹੀ ਨਹੀਂ। ਕਹਿੰਦੇ ਜਾ ਭਾਈ ਨੂੰ ਬੁਲਾ ਕੇ ਦੇ। ਉਹ ਜਦੋਂ ਸ਼ਾਹੂਕਾਰ ਆਪਣੇ ਭਰਾ ਨੂੰ ਗਿਆ ਬੁਲਾਉਣ, ਕਹਿੰਦੇ ਤੈਨੂੰ ਸੰਤ ਸਾਦੇ ਆ, ਸੰਗਤ ਵੀ ਆਈ ਹੈ, ਭਾਈ ਤੂੰ ਨਹੀਂ ਆ ਜਾ। ਉਹ ਅੱਗੋਂ ਕਹਿੰਦਾ ਓਏ ਮੈਂ ਨਹੀਂ ਆਉਣਾ। ਅੱਗੋਂ ਵੱਧ ਘੱਟ ਬਚਨ ਬੋਲੇ, ਤੇ ਉਹ ਜਾ ਕੇ ਸ਼ਾਹੂਕਾਰ ਨੇ ਦੱਸਿਆ, ਕਹਿੰਦਾ ਮਹਾਂਪੁਰਸ਼ ਉਹ ਨਹੀਂ ਆਉਂਦਾ। ਕਹਿੰਦੇ ਕੀ ਕਹਿੰਦਾ? ਕਹਿੰਦੇ ਮਹਾਂਪੁਰਸ਼ ਆਉਣਾ ਤੇ ਕੀ, ਸਗੋਂ ਮੈਨੂੰ ਕਹਿੰਦਾ ਤੂੰ ਕੀ ਸਾਧੂਆਂ ਦੀ ਜਿਹੜੀਆਂ ਪੂਛਾਂ ਖਿੱਚਦਾ ਫਿਰਦਾ, ਮੈਂ ਨਹੀਂ ਕਿਸੇ ਨੂੰ ਮੰਨਦਾ। ਉਹਨੇ ਤੇ ਤੁਹਾਨੂੰ ਵੀ ਪਸ਼ੂ ਬਣਾ ਦਿੱਤਾ, ਉਹਨੂੰ ਮਾਰੇ ਬੁਲਾਉਣਾ ਕੀ ਇੱਥੇ। ਕਹਿੰਦੇ ਚਲੋ ਕੋਈ ਗੱਲ ਨਹੀਂ ਭਾਈ, ਉਹਦਾ ਸੁਭਾਅ। ਸੰਤਾਂ ਨੇ ਗੁੱਸਾ ਨਹੀਂ ਕੀਤਾ, ਆਪ ਹੀ ਉਹ ਮਹਾਂਪੁਰਸ਼ ਚਲੇ ਗਏ, ਨਾਲ ਸੰਗਤ ਦੇ ਥੋੜ੍ਹੇ ਬਹੁਤੇ ਸਿੱਖ ਸੇਵਕ ਚਲੇ ਗਏ। ਜਾ ਕੇ ਕਹਿੰਦੇ ਭਲਿਆ ਵੇ ਸੰਗਤ ਘਰ ਆਈ ਹੈ, ਤੂੰ ਵੇਖ ਵਾਂਝਾ ਰਹਿ ਰਿਹਾ, ਤੈਨੂੰ ਆਉਣਾ ਚਾਹੀਦਾ ਕਿ ਤੂੰ ਕਿਉਂ ਨਹੀਂ ਆਉਂਦਾ? ਵੇਖ ਇਹ ਪੁੱਤਰ, ਇਹ ਬਾਰ-ਬਾਰ ਜਨਮ ਨਹੀਂ ਮਿਲਦਾ ਮਨੁੱਖਾ, ਇਹ ਬੜਾ ਔਖੀ ਘੜੀ ਮਿਲਦੀ ਹੈ, ਇਹ ਦੁਲੱਭ ਜਨਮ ਹੈ, ਇਹਨੂੰ ਸਵਾਰਨਾ ਚਾਹੀਦਾ, ਇਹ ਬਾਰ-ਬਾਰ ਜਨਮ ਨਹੀਂ ਮਿਲਦਾ। ਉਹ ਕਹਿਣ ਲੱਗਾ, ਉਹ ਸੰਤ ਪਹਿਲਾਂ ਗਏ, ਉੱਠਣਾ ਤੇ ਉਹਨੇ ਕੀ ਸੀ, ਨਾ ਉਹ ਖੜਾ ਹੋਇਆ, ਨਾ ਉਹਨੇ ਕੋਈ ਸਤਿਕਾਰ ਕੀਤਾ ਕਿ ਐਡੀ ਭੈੜੀ ਮੱਤ, ਇੰਨੀ ਦੁਸ਼ਟਤਾਈ। ਉਲਟਾ ਕਹਿਣ ਲੱਗਾ, ਕਹਿੰਦਾ ਜੇ ਬਾਰ-ਬਾਰ ਜਨਮ ਨਹੀਂ ਮਿਲਣਾ ਤੇ ਮੈਂ ਢੱਠੇ ਖੂਹ 'ਚ ਛਾਲ ਮਾਰਦਾ, ਨਹੀਂ ਮਿਲਣਾ ਤੇ ਨਾ ਮਿਲੇ, ਹੁਣ ਮਿਲਿਆ, ਹੁਣ ਤੇ ਮੈਂ ਇੱਦਾਂ ਹੀ ਰਹਿਣਾ। ਉਹ ਮਹਾਂਪੁਰਸ਼ ਕਹਿੰਦੇ ਉਹ ਭਲਿਆ ਗੁਰਮੁਖਾ, ਇਹ ਦੱਸ ਢੱਠੇ ਖੂਹ 'ਚ ਤੂੰ ਪਹਿਲਾਂ ਹੀ ਡਿੱਗਾ ਹੋਇਆ,
ਜਿਹੜਾ ਸੰਗਤ 'ਚ ਨਹੀਂ ਆਉਣ ਡਿਆ, ਕਿਤੇ ਗੁਰੂ ਪੀਰ ਸੰਤਾਂ ਨੂੰ ਨਹੀਂ ਮੰਨਦਾ, ਤੂੰ ਨਿਕਲਣ ਦੀ ਗੱਲ ਕਰ ਵੀ ਨਿਕਲਣਾ ਕਿੱਦਾਂ ਹੈ। ਤੇ ਇਸ ਕਰਕੇ ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ। ਨਾਮ ਜਪ, ਨਾਮ ਲੈ, ਰਾਮ ਨਾਮ ਲੈ। ਉਹਨੂੰ ਸੰਤਾਂ ਨੇ ਉਪਦੇਸ਼ ਕੀਤਾ। ਉਹ ਅੱਗੋਂ ਗਾਲ ਕੱਢ ਕੇ ਕਹਿਣ ਲੱਗਾ, ਕਹਿੰਦਾ ਮੈਂ ਨਹੀਂ ਲੈਂਦਾ ਇਹ ਰਾਮ ਸਾਲੇ ਦਾ ਨਾਮ। ਉਹਨੇ ਸਿੱਧੀ ਗਾਲ ਕੱਢ ਦਿੱਤੀ। ਮਹਾਂਪੁਰਸ਼ ਕਹਿੰਦੇ ਠੀਕ ਹੈ, ਭਾਵੇਂ ਤੂੰ ਗਾਲ ਹੀ ਕੱਢੀ ਹੈ ਨਾ, ਚੱਲ ਕੋਈ ਗੱਲ ਨਹੀਂ, ਪਰਮੇਸ਼ਰ ਦਾ ਜਿਹੜਾ ਨਾਮ ਤੇਰੀ ਰਸਨਾ ਤੇ ਆ ਗਿਆ ਨਾ, ਇਹਦਾ ਫਲ ਤੈਨੂੰ ਮਿਲਣਾ ਜ਼ਰੂਰ। ਆ ਕੁਝ ਦਿਨਾਂ ਬਾਅਦ ਤੇਰੀ ਮੌਤ ਹੋ ਜਾਣੀ ਹੈ। ਤੇ ਉਹ ਜਦੋਂ ਜਮ ਮਾਰਗ ਔਖੇ ਤੇ ਲੰਘਦਾ ਲੰਘਦਾ ਤੂੰ ਜਾਏਗਾ ਨਾ, ਧਰਮਰਾਜ ਜਦ ਲੇਖਾ ਮੰਗੈ, ਉਦੋਂ ਜਦੋਂ ਤੂੰ ਆਪਣਾ ਮੂੰਹ ਲੈ ਕੇ ਜਾਏਗਾ, ਤੈਨੂੰ ਪੁੱਛਿਆ ਜਾਊਗਾ ਉੱਥੇ ਵੀ ਜਿਹੜੇ ਪਾਪ ਕਰਮ ਤੂੰ ਬੇਨਤੀ ਕੀਤੇ ਆ, ਦੱਸ ਉਹਨਾਂ ਦਾ ਪਹਿਲਾਂ ਫਲ ਲੈਣਾ ਕਿ ਜਿਹੜਾ ਤੂੰ ਨਾਮ ਜਪਿਆ ਨਾ, ਉਹਦਾ ਫਲ 4 ਘੜੀਆਂ ਹੈ। ਇੱਕ ਵਾਰ ਨਾਮ ਲੈਣ ਦਾ 4 ਘੜੀਆਂ ਬੈਕੁੰਠ ਜੀ ਦਾ ਫਲ ਹੈ। ਦੱਸ ਕਿਹੜਾ ਪਹਿਲਾਂ ਲੈਣਾ ਚਾਹੁੰਦਾ ਤੂੰ? ਤੇ ਤੂੰ ਉਸ ਵੇਲੇ ਕਹਿਣਾ ਮੈਨੂੰ ਜੇ ਫਲ ਹੀ ਮਿਲਣਾ ਨਾ ਨਾਮ ਦਾ 4 ਘੜੀਆਂ ਬੈਕੁੰਠ ਦਾ, ਮੈਂ ਫਲ ਨਹੀਂ ਲੈਣਾ, ਮੈਨੂੰ ਨਾਮ ਦੇ ਪੈਸੇ ਦਿਓ ਤੁਸੀਂ, ਮੈਨੂੰ ਮੁੱਲ ਚਾਹੀਦਾ। ਇਹ ਗੱਲ ਤੂੰ ਕਹਿ ਦੀ। ਇਹਦੇ ਕੋਈ ਜੂ ਨਹੀਂ ਸਰ ਕੀ ਕਹਿੰਦਾ ਠੀਕ ਜਦੋਂ ਮਰਾਂਗੇ ਵੇਖਾਂਗੇ। ਉਹੀ ਗੱਲ ਹੋਈ, ਸੰਤ ਮਹਾਤਮਾ ਚਲੇ ਗਏ, ਸਾਧ ਬਚਨ ਅਟਲਾਦਾ। ਕੋਈ ਦਿਨਾਂ ਬਾਅਦ ਸਾਧ ਸੰਗਤ ਜੀ ਇਹ ਜਿਹੜਾ ਪੁਰਸ਼ ਹੈ ਚੜ੍ਹਾਈ ਕਰ ਗਿਆ ਸ਼ਾਹੂਕਾਰ। ਜਮ ਮਾਰਗ ਵਿਖੜੇ ਪੈਣ ਤੋਂ ਲੰਘਦਾ ਲੰਘਦਾ ਇਹ ਪਹੁੰਚਿਆ ਜਦੋਂ ਧਰਮਰਾਜ ਦੀ ਕਚਹਿਰੀ ਵਿੱਚ। ਉੱਥੇ ਇਹਨੂੰ ਪੁੱਛਿਆ ਗਿਆ, ਕਹਿੰਦੇ ਉਹ ਪੁਰਖਾ ਦੱਸ, ਕੋਈ ਚਾਹੀਦਾ ਕਰਮ ਨਹੀਂ ਕੀਤਾ ਸਾਰੀ ਜ਼ਿੰਦਗੀ, ਉਹਦਾ ਫਲ ਹੀ ਨਰਕ। ਹਾਂ ਕੋਈ ਦਿਨ ਪਹਿਲਾਂ ਕੋਈ ਸੰਤ ਆਏ, ਤੈਨੂੰ ਉਪਦੇਸ਼ ਕੀਤਾ ਸੀ ਕਿ ਰਾਮ ਦਾ ਨਾਮ ਲੈ, ਤੂੰ ਅੱਗੋਂ ਗਾਲ ਕੱਢ ਕੇ ਨਾਮ ਲਿਆ, ਉਹਦਾ ਫਲ 4 ਘੜੀਆਂ ਬੈਕੁੰਠ ਧਾਮ ਦਾ। ਦੱਸ ਤੂੰ ਫਲ ਕਿਹੜਾ ਲੈਣਾ ਚਾਹੁੰਦਾ? ਬੈਕੁੰਠ 'ਚ ਜਾਣਾ ਚਾਹੁੰਦਾ 4 ਘੜੀਆਂ ਕਿ ਪਹਿਲਾਂ ਨਰਕ 'ਚ ਜਾਣਾ ਚਾਹੁੰਦਾ? ਇਹ ਕਹਿੰਦਾ ਜੇ ਨਾਮ ਦਾ ਮੁੱਲ ਹੀ ਦੇਣਾ ਨਾ, ਤੇ ਨਾਮ ਦਾ ਮੁੱਲ ਫਿਰ ਮੈਨੂੰ ਦਿਓ। ਮੈਂ ਕਹਿੰਦਾ ਵੀ ਫਲ ਤੇ ਲੈਣਾ ਕੋਈ ਨਹੀਂ, ਨਾਮ ਦਾ ਮੈਂ ਮੁੱਲ ਲੈਣਾ, ਮੈਂ ਤੇ ਪੈਸੇ ਲੈਣੇ। ਹੁਣ ਸਾਈਂ ਨਾਮ ਅਮੋਲ ਕੀਮਨਾ ਕੋਈ ਜਾਣ ਦੋ। ਪਰਮੇਸ਼ਰ ਦਾ ਤੇ ਨਾਮ ਦਾ ਮੁੱਲ ਹੀ ਕੋਈ ਨਹੀਂ, ਹੁਣ ਦਵੇ ਕਿਹੜਾ? ਧਰਮ ਰਾਜਾ ਜਿਹੜਾ ਸਾਧ ਸਿੰਘ ਚੱਕਰਾਂ 'ਚ ਪੈ ਗਿਆ, ਕਹਿੰਦਾ ਨਾਮ ਦਾ ਮੁੱਲ ਮੈਂ ਕੀ ਦੇ ਸਕਦਾ? ਮੈਂ ਤੇ ਆਪ ਨੌਕਰੀ ਕਰਨ ਡਿਆ ਪਰਮੇਸ਼ਰ ਦੀ, ਜਿਹਦਾ ਨਾਮ ਜਪ ਕੇ ਮੈਨੂੰ ਇਹ ਨੌਕਰੀ ਮਿਲੀ ਹੈ। ਉਹ ਚੱਕਰਾਂ 'ਚ ਪੈ ਗਿਆ, ਕਹਿੰਦਾ ਵੀ ਮੈਂ ਤੇ ਦੱਸ ਨਹੀਂ ਸਕਦਾ। ਉਸ ਵੇਲੇ ਬ੍ਰਹਮਾ ਕੋ ਚਲਾ ਗਿਆ, ਕਹਿੰਦਾ ਉਹ ਬ੍ਰਹਮਾ ਜੀ ਤੁਸੀਂ ਤੇ ਆ ਸਰੀਰ ਸਾਜੇ ਹੈ, ਦੱਸੋ ਨਾਮ ਦਾ ਕੋਈ ਮੁੱਲ ਹੈ? ਤੁਸੀਂ ਤੇ 10 ਲੱਖ ਵਰਾ ਬੰਦਗੀ ਕੀਤੀ, ਫਿਰ ਸ੍ਰਿਸ਼ਟੀ ਰਚਨਾ ਕਰਨ ਦੀ ਜਿਹੜੀ ਤਾਕਤ ਮਿਲੀ, ਨਾਮ ਦਾ ਮੁੱਲ ਕੋਈ ਹੈ? ਬ੍ਰਹਮਾ ਕਹਿੰਦਾ ਵੀ ਮੈਂ ਨਹੀਂ ਨਾਮ ਦਾ ਮੁੱਲ ਦੱਸ ਸਕਦਾ। ਸ਼ਿਵ ਜੀ ਕੋ ਗਏ, ਦੇਖੋ ਤੁਸੀਂ ਸੰਘਾਰ ਕਰਦੇ ਜੀਵਾਂ ਦਾ, अब तुही परमेश्वर की आग्या पा के तीसरा नेत्र प्रगट किया जीवां का सृष्टि का संहार कर दे नाश कर दे। कोई ताकत है, कोई नाम का मुल है? शिव जी कहता मैं भी नहीं जानता नाम का मुल है। अखीरी इकट्ठे होकर साध संगत जी परमेश्वर के द्वार से बैकुंठ धामी चले। हे परमेश्वर यहो जी आ मनुख भनी पागल कोई आया ये नाम का मुल मंगता, दसो नाम का असीं की मुल दईए? परमेश्वर कह लगे ये तुसीं धर्मराजा जी ने इत्थे ही छड्ड दो, आपे गल कर ला। वो बंदे नूं उत्थे छड्ड गए, ये वापस आ रहे हैं तो उस वेले नारद मुनि मिल गया जो परमेश्वर का बहुत भगत प्यारा है। साध संगत जी कई इन्हां गल्लां नूं नहीं मानते पर वो बहुत बंदगी वाले गुरु ग्रंथ साहिब जी सब ना है। वो नारद मुनि जी कहते हे शिव जी ब्रह्मा जी किधरों तुसीं आ रहे हो? अज सारे जाने इकट्ठे होए, कहते करना की है, एक टक्कर गया मनुख इहो जिहा नाम का मुल मंगदा, सानू पता नहीं वो बैकुंठ धाम जे छड्ड आए हैं। नारद मुनि जी कहने लगे वो फिर कल नूं कोई टक्कर जूगा, फिर कहूगा नाम का मुल दसो, की दसोगे? परमेश्वर नूं कुछ ही लेना चाहिए, नाम का मुल तो पता लग जे। तो वो सारे इकट्ठे हो के आए, हे परमेश्वर ये जिहड़ा मनुख रख लिया दसिया कुछ नहीं, नाम का मुल की है? परमेश्वर कह लगे तुहानूं हजे भी पता नहीं लगा नाम का मुल की है? कहते जी असीं ये गोज भेद समझ नहीं सके। कहते यही नाम का मुल है, एक बार नाम लिया है तो कहते वेख लो कित्थे आ गया, बैकुंठ धाम 'च आ गया है। दसो बैकुंठ धाम 'च जिहड़ा जो कदी वापस जाता वो साडे 'च हुण लीन हो जाना, उन्हें कित्थे जाना हुण नरकां 'च। ये बैकुंठ धाम का जिहड़ा वास होया ये नाम करके होया, तो इस करके नाम की कोई कीमत नहीं है। साई नाम अमोल कीमना कोई जान दो, नहीं तुल राम नाम विचार। ये परमेश्वर के नाम का मुल ही कोई नहीं। वड्डी गल संगत का मुल कोई नहीं। साधुओं की संगत की,
ਇਹਨੇ ਉਹ ਸੰਤਾਂ ਨੇ ਨਾਮ ਦਾ ਉਪਦੇਸ਼ ਕੀਤਾ, ਇਹਨੇ ਗਾਲ ਕੱਢੀ ਹੈ। ਭਾਵੇਂ ਨਾਮ ਲੈ ਕੇ ਵੇਖੋ ਇਹ ਕਿੱਥੇ ਆ ਗਿਆ। ਇਹ ਨਾਮ ਦਾ ਨਾ ਮੁੱਲ, ਨਾ ਭਾਈ ਸਾਧ ਸੰਗਤ ਦਾ ਹੀ ਕੋਈ ਮੁੱਲ ਹੈ। ਇਸ ਕਰਕੇ ਸਾਰੇ ਮੁੜ ਆਏ ਸਨ ਤੇ ਉਹ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਲ ਭੇਦ ਹੋ ਗਿਆ ਸੀ। ਇਹ ਬਚਨ ਇੱਥੇ ਆਏ ਹਨ, ਪੜੋ ਜੀ ਦੁਬਾਰਾ। ਸਾਧ ਸੰਗਤ ਕੀ ਭੇਦ ਜੋ ਪਾਏ। ਇਹ ਜਦੋਂ ਸਾਧੂ ਦੀ ਸੰਗਤ ਦੇ ਸੰਗ ਪਾ ਲਿਆ ਨਾ, ਉਹ ਪੁਰਸ਼ ਨੇ ਵੇਖ ਲੋ ਐਡਾ ਨਾਸਤਿਕ ਸੀ, ਗਾਲਾਂ ਕੱਢਣ ਵਾਲਾ। ਨਾਨਕ ਹਰ ਸੰਗ ਮਿਲਿਆ। ਤੇ ਤਦੋਂ ਉਹ ਪਰਮੇਸ਼ਰ ਦੇ ਨਾਲ ਮਿਲ ਗਿਆ, ਬੈਕੁੰਠ ਧਾਮ 'ਚ ਹੀ ਮਿਲ ਗਿਆ ਸੀ। ਤੇ ਉਹ ਜਿਹੜੀ ਪਦਵੀ ਪਾ ਲਈ ਕਿ ਜਿੱਥੇ ਪਰਮੇਸ਼ਰ ਦਾ ਆਪ ਵਾਸਾ, ਸਤਿਗੁਰ ਜੋ ਕਾ ਤਹਾਂ ਨਿਵਾਸਾ, ਜੇ ਅਗਮਨਾਥ ਅਗਮ ਧਨੀ। ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਜੋ ਜਲ ਮਹਿ ਜਲਾਏ ਖਟਾਨਾ, ਤੇ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਉਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰ ਬਾਣ। ਉਹ ਸਾਧ ਸੰਗਤ ਦੀ ਅਵਸਥਾ ਪਾ ਲਈ ਸੀ। ਇਸ ਪ੍ਰਕਾਰ ਇਹ ਅਵਸਥਾ ਪਾ ਲਈ ਉਹਨਾਂ ਮਹਾਂਪੁਰਸ਼ਾਂ ਨੇ। ਇਹ ਗੁਰੂ ਸਾਹਿਬ ਦੀ ਇਹੀ ਸਿੱਖਿਆ ਸਾਨੂੰ ਭਾਈ, ਜਦੋਂ ਬੰਦਗੀ ਕਰਨੀ ਇੱਕ ਮਾਣ ਨਹੀਂ ਕਰਨਾ, ਹੰਕਾਰ 'ਚ ਗੁਰੂ ਨੂੰ ਲਾਮੇਬਾਜ਼ੀ ਨਹੀਂ ਕਰਨੀ। ਉਹਦੇ ਜੋ ਤਿਸ ਭਾਵੈ ਸੋਈ ਥੀ ਸੀ। ਜੋ ਕੁਝ ਹੋਣਾ ਉਹੀ ਹੋਣਾ, ਆਪਾਂ ਮਾਣ ਨਹੀਂ ਕਰਨਾ ਕਦੀ। ਇਹੀ ਕਹਿਣਾ ਪਰਮੇਸ਼ਰ, ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ। ਨਾ ਹੀ ਕੁਝ ਕੀਤਾ ਸੀ, ਨਾ ਕਰ ਸਕਦੇ ਆ, ਨਾ ਇਹ ਸਰੀਰ 'ਚ ਇਹ ਔਕਾਤ ਹੀ ਹੈਗੀ ਵੀ ਕਰ ਲਵੇ। ਇਹਦੇ ਮਹਾਰਾਜ ਦੇ ਸਰੀਰ 'ਚ ਕੀ ਹੈ? ਪਹਿਲੀ ਗੱਲ, ਇਹ ਸਰੀਰ ਹੀ ਸਾਡਾ ਨਹੀਂ ਮਹਾਰਾਜ, ਇਹ ਸਰੀਰ ਹੀ ਆਪ ਜੀ ਦਾ ਦਿੱਤਾ ਹੋਇਆ। ਜਿਸ ਕਾ ਤਨ ਮਨ ਸਭ ਤਿਸ ਕਾ ਸੋਈ ਸੁਗੜ ਸਜਾਨੀ। ਇਹ ਪਰਮੇਸ਼ਰ ਸਰੀਰ ਜਦੋਂ ਤੁਹਾਡਾ, ਤੇ ਆਪਾਂ ਕੌਣ ਹੁੰਦੇ ਬੰਦਗੀ ਕਰਨ ਵਾਲੇ? ਆਪਾਂ ਕੌਣ ਹੁੰਦੇ ਤੁਹਾਡੇ ਨਾਲ ਮਿਲਣ ਵਾਲੇ? ਇਹ ਤਾਂ ਤੁਸੀਂ ਆਪ ਹੀ ਕਿਰਪਾ ਕਰ ਸਕਦੇ, ਸਾਡੀ ਤਾਂ ਕੋਈ ਹੋਂਦ ਹੀ ਨਹੀਂ ਹੈ। ਇਸ ਤਰ੍ਹਾਂ ਜਦੋਂ ਮਾਣ ਤਿਆਗ ਕੇ ਸਾਧ ਸੰਗਤ ਦਾ ਸੰਗ ਪਾਵਾਂਗੇ, ਪੂਰਨ ਮਹਾਂਪੁਰਸ਼ਾਂ ਦਾ, ਤਤ ਬੇਤਿਆਂ ਬ੍ਰਹਮ ਗਿਆਨੀਆਂ ਦਾ, ਜਿਹੜੇ ਬੰਦਗੀ ਵਿੱਚ ਇਸਤ ਰਹਿੰਦੇ ਹੈ, ਜਿਨ੍ਹਾਂ ਨੇ ਆਪਣਾ ਮੋਹ ਤਿਆਗਿਆ ਹੋਇਆ, ਮਾਣ ਛੱਡਿਆ ਹੋਇਆ, ਹੰਕਾਰ ਛੱਡਿਆ ਹੋਇਆ, ਜਿਨ੍ਹਾਂ ਦੀ ਬਿਰਤੀ ਪਰਮੇਸ਼ਰ ਦੇ ਨਾਮ 'ਚ ਜੁੜੀ ਰਹਿੰਦੀ ਹੈ, ਸਾਧ ਸੰਗਤ ਜੀ ਉਹ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਹਨ। ਇਸ ਪ੍ਰਕਾਰ ਗੁਰੂ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਲੜੀਵਾਰ ਵਿੱਚ ਆਇਆ ਸੀ, ਜਿਹਦੀ ਸਿੱਖਿਆ ਸਾਨੂੰ ਪ੍ਰਾਪਤ ਹੋਈ ਹੈ। ਸਾਧ ਸੰਗਤ ਜੀ, ਜੋਤੀ ਸਰੂਪ ਗੁਰਦੁਆਰਾ ਸਥਾਨ ਵਿਖੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਸੀ। ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਤਰ ਸਿੰਘ ਜੀ, ਜੋ ਦੋਨੋਂ ਟਾਈਮ ਹੀ ਕਥਾ ਇੱਥੇ ਕਰਦੇ ਹੈ, ਸੰਗਤਾਂ ਦੀ ਭੇਟ ਰੱਖਦੇ ਹੈ ਕਥਾ, ਬੜੇ ਪਿਆਰ ਸਤਿਕਾਰ ਨਾਲ ਸਭ ਨੂੰ ਜਿਹੜਾ ਹੈ ਸਾਰੇ ਨਾਲ ਵਿਚਰਦੇ ਹੈ। ਜੋ ਦਮਦਮੀ ਟਕਸਾਲ ਵਿਖੇ ਵਿੱਦਿਆ ਪ੍ਰਾਪਤ ਕੀਤੀ, ਉਹਨਾਂ ਨੇ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਸਮੇਂ ਉਹ ਰਹੇ ਹਨ। ਅਤੇ ਉਹਨਾਂ ਮਹਾਂਪੁਰਸ਼ਾਂ ਦੇ ਕਿਰਪਾ ਨਾਲ ਬਾਬਾ ਅਤਰ ਸਿੰਘ ਹੋਣਾ ਜੀ ਚੜ੍ਹਦੀ ਕਲਾ ਹੈ, ਉਹਨਾਂ ਦੇ ਸਹਿਯੋਗ ਨਾਲ ਹੀ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋਤੀ ਸਰੂਪ ਵਾਲੇ ਸਥਾਨ ਵਾਲੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਥਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਭ ਤੋਂ ਵੱਡਾ ਜਿਹੜਾ ਸਾਧ ਸੰਗਤ ਦੀ ਸਭ ਤੋਂ ਵੱਡੀ ਕਿਰਪਾ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਸਾਹਿਬ ਮਾਤਾ ਗੁਜਰ ਕੌਰ ਜੀ ਦਾ ਰੋਮ ਰੋਮ ਕਰਕੇ ਮਾਤੜ ਸਾਧ ਸ਼ੁਕਰਗੁਜ਼ਾਰ ਕਰਦਾ, ਜਿਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅੱਗੇ ਤੋਂ ਕਥਾ ਕਰਨ ਦੀ ਸਮਾਤ ਆ ਜਾਵੇ। ਇਸ ਹੁਣ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਨ ਕੋਟ ਜਿਸਨ ਮਰਿਆ, ਸਾਧ ਸੰਗਤ ਕੀ ਭੀੜ ਜੋ ਪਾਈ, ਤਉ ਨਾਨਕ ਹਰ ਸੰਗ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਰਚਿਆ ਵਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈਆ।